ਕਦੋਂ ਇਹ ਚੀਜ਼ ਪਤਾ ਲੱਗੀ ਤੇ ਤੁਹਾਡੀਆਂ ਫੀਲਿੰਗਸ ਕੀ ਸੀ ਜਦੋਂ ਤੁਹਾਨੂੰ ਪਤਾ ਲੱਗਿਆ? 7 ਸਾਲ ਵਿੱਚ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੈਨੂੰ ਲੱਗਦਾ ਕਿ ਮੈਂ ਲੜਕੀ ਹਾਂ, ਮੈਨੂੰ ਮਹਿਸੂਸ ਹੁੰਦਾ ਹੈ। ਐਂਡ ਮੇਰੇ ਫਾਦਰ ਨਾਲ ਗੱਲ ਕੀਤੀ ਉਹਨਾਂ ਨੇ। ਫਿਰ ਜਿਹੜੇ ਤਾਂਤਰਿਕ ਹੁੰਦੇ ਆ, ਪੰਡਿਤ ਤੰਤਰ, ਉਹਨਾਂ ਕੋਲ ਗਏ ਤਾਂ ਉਹਨਾਂ ਨੇ ਕਿਹਾ ਇਹਦੇ ਅੰਦਰ ਕੋਈ ਭੂਤ ਪ੍ਰੇਤ ਆ ਗਈ ਹੈ। ਸੋ ਜਦੋਂ ਮੈਨੂੰ ਮਾਰਿਆ ਕੁੱਟਿਆ ਗਿਆ ਚਿਮਟੇ ਨਾਲ, ਗਰਮ ਚਿਮਟੇ ਨਾਲ, ਫਿਰ ਸਰੈਂਡਰ ਦਾ ਸਮਝ ਲਓ ਕਿ ਮੈਂ ਕਿਹਾ ਠੀਕ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਮੈਨੂੰ ਛੱਡ ਦਿਓ, ਮੈਂ ਨਹੀਂ ਕਰਾਂਗੇ ਅੱਗੇ ਤੋਂ ਇਸ ਤਰ੍ਹਾਂ ਕੁੜੀਆਂ ਦੇ ਕੱਪੜੇ ਨਹੀਂ ਪਾਉਂ। ਪੇਰੈਂਟਸ ਨੇ ਕਿਹਾ ਕਿ ਸਾਡੇ ਬੱਚੇ ਨੂੰ ਠੀਕ ਕਰ ਦਿਓ, ਇਹ ਆਪਣੇ ਆਪ ਨੂੰ ਲੜਕੀ ਮੰਨਦਾ ਹੈ। ਸੋ ਡਾਕਟਰ ਨੇ ਕਿਹਾ ਠੀਕ ਤਾਂ ਤੁਹਾਨੂੰ ਹੋਣਾ ਹੈ, ਠੀਕ ਹੈ ਨਾ, ਇਹ ਬੱਚਾ ਉਹ ਕਰ ਰਿਹਾ ਜੋ ਕੁਦਰਤ ਕਰਵਾ ਰਹੀ ਹੈ ਤੇ ਤੂੰ ਆਪਣੇ ਆਪ ਨੂੰ ਠੀਕ ਕਰ ਲੈ, ਕੁੜੀਆਂ ਵਰਗਾ ਨਾ ਬੈਠੇ ਕਰ, ਕੁੜੀਆਂ ਵਰਗਾ ਨਾ ਚੱਲਿਆ ਕਰ। ਬਟ ਉਹਨਾਂ ਨੂੰ ਸਮਝਾਉਣਾ ਮਤਲਬ ਮੇਰੇ ਬਸ ਦੀ ਗੱਲ ਨਹੀਂ ਸੀ, ਬਿਕੋਜ਼ ਮੈਨੂੰ ਖੁਦ ਵੀ ਨਹੀਂ ਪਤਾ ਸੀ। ਸ਼ਾਮ ਨੂੰ ਅਸੀਂ ਪੜ੍ਹਨ ਜਾਂਦੇ ਸੀ, ਰਾਤ 9 ਵਜੇ ਕਰੀਬ ਕਲਾਸ ਖਤਮ ਹੋ ਜੇ, ਅਗੇਨ ਉਸੇ ਤਰ੍ਹਾਂ ਦਾ ਫਿਰ ਮੇਰੇ ਨਾਲ, ਕਿਉਂਕਿ ਲੜਕੇ ਜਿਹੜੇ ਨੇ ਬਦਤਮੀਜ਼ੀਆਂ ਕਰਦੇ ਬਹੁਤ ਜ਼ਿਆਦਾ, ਕਿਸੇ ਦੇ ਚੱਲਦੇ ਫਿਰਦੇ ਕਮੈਂਟ ਕਰਦੇ ਤੇ ਕੁਝ ਮੁੰਡਿਆਂ ਨੇ ਮੇਰੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਨਾ ਸਾਰੀ ਦੁਨੀਆ ਤੋਂ ਜਿੱਤ ਜਾਂਦੇ ਹਾਂ ਲੇਕਿਨ ਆਪਣੇ ਪਰਿਵਾਰ 'ਚੋਂ ਹਾਰ ਜਾਂਦੇ ਹਾਂ। ਅਸੀਂ ਸਾਰੀ ਦੁਨੀਆ ਨਾਲ ਲੜਦੇ ਹਾਂ, ਹਿਜੜਾ ਬਣ ਕੇ, ਕਿੰਨਰ ਬਣ ਕੇ, ਤਾੜੀਆਂ ਵਜਾਉਂਦੇ ਹਾਂ, ਦੁਨੀਆ ਨਾਲ ਲੜਦੇ ਹਾਂ। ਜਦੋਂ ਫਾਹਾ ਲਾਮ ਦੀ ਅੱਗੇ ਮੈਂ ਆਪਣਾ ਕੋਸ਼ਿਸ਼ ਕਰੀ ਤੇ ਮੈਂ ਆਪਣੇ ਪੁਰਾਣੇ ਦਿਨ ਯਾਦ ਕਰ ਰਹੀ ਸੀ, ਇੱਕਦਮ ਮੇਰੇ ਪੁਰਾਣੇ अपने रिवाइव कर रही थी, दिमाग में लगा रही थी कि मैं किस तरह बचपन तो लेके आज तक मैं किस तरह से क्या क्या सहा। किसी की याद में दुनिया को है भुलाए हुए, ज़माना गुज़रा है अपना ख्याल आए हुए। नर हूँ ना मादा हूँ, इस ब्रह्मांड की अनूठी सुरचना हूँ, जज्बातों में लिपटे हैं दोनों प्रण मेरे, ईश्वर की इच्छा के साथ पनपी हूँ। जी हाँ, ये लफ्ज़ बड़े ही सोहने ने, ये लफ्ज़ किसी दी रचना ने, ये लफ्ज़ लिखे गए ने ट्रांसजेंडर्स दे लई। किते ना किते कानून ने तां ट्रांसजेंडर नूं मानता दे दित्ती है, पर साडा समाज ने हजे भी इन्हां नूं मानता नहीं दित्ती। सानूं लगदा कि ये साडे तो वखरे ने। ਇਸੇ 'ਤੇ ਗੱਲ ਕਰਨ ਲਈ ਅੱਜ ਸਾਡੇ ਨਾਲ ਨੇ ਧਨੰਜਯ ਚੌਹਾਨ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ 'ਤੇ ਤੁਹਾਡਾ ਸਵਾਗਤ ਹੈ। ਸਾਰੇ ਦਰਸ਼ਕਾਂ ਨੂੰ ਮੇਰਾ ਦਿਲ ਤੋਂ ਬਹੁਤ ਪਿਆਰ ਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਜੀ। ਮੈਮ, ਮੇਰਾ ਪਹਿਲਾ ਸਵਾਲ ਇਹੀ ਆ ਕਿ ਜਦੋਂ ਤੁਹਾਨੂੰ ਇਹ ਚੀਜ਼ ਪਤਾ ਲੱਗੀ ਸੀ, ਤੁਹਾਨੂੰ ਕਦੋਂ ਇਹ ਚੀਜ਼ ਪਤਾ ਲੱਗੀ ਤੇ ਤੁਹਾਡੀਆਂ ਫੀਲਿੰਗਸ ਕੀ ਸੀ ਜਦੋਂ ਤੁਹਾਨੂੰ ਪਤਾ ਲੱਗਿਆ? ਜੈਂਡਰ ਆਇਡੈਂਟੀਟੀ ਐਕਚੁਅਲੀ ਕਿਸੇ ਨੂੰ ਪਤਾ ਨਹੀਂ ਚੱਲਦਾ, ਇਹ ਤਾਂ ਸੁਭਾਵਿਕ ਗੁਣ ਹੈ। ਜਿਸ ਤਰ੍ਹਾਂ ਇੱਕ ਆਦਮੀ ਔਰਤ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਦੋਂ ਆਦਮੀ ਜਾਂ ਕਦੋਂ ਔਰਤ ਹੋ ਗਈ ਹੈ ਜੀ। ਸੋ ਇਹ ਕੁਦਰਤ ਦੀ ਇੱਕ ਬਣਾਈ ਹੋਈ ਰਚਨਾ ਹੈ ਜਿਹਦੇ ਵਿੱਚ ਮਹਿਸੂਸ ਕਰਨਾ ਹੁੰਦਾ। ਮਹਿਸੂਸ ਕਰਨਾ, ਕਿਸੇ ਨੂੰ ਪ੍ਰਗਟ ਕਰਨਾ। ਹੁਣ ਤੁਸੀਂ ਆਪਣੇ ਮੰਮੀ ਪਾਪਾ ਨੂੰ ਪਿਆਰ ਕਰਦੇ ਹੋ ਜਾਂ ਆਪਣੇ ਬ੍ਰਦਰ ਨੂੰ ਜਾਂ ਕਿਸੇ ਨੂੰ ਪ੍ਰੇਮ ਕਰਦੇ ਹੋ, ਤੁਸੀਂ ਐਕਸਪ੍ਰੈਸ ਨਹੀਂ ਕਰ ਪਾਉਂਦੇ ਜੀ, ਠੀਕ ਹੈ ਨਾ। ਇਹ ਫੀਲਿੰਗਸ ਹੈ। ਕਿਸੇ ਨੂੰ ਆਈ ਡੋਂਟ ਹੈਵ ਵਰਡਸ ਟੂ ਐਕਸਪ੍ਰੈਸ ਮਾਈ ਜੈਂਡਰ ਆਇਡੈਂਟੀਟੀ। ਜੇ ਮੈਂ ਤੁਹਾਨੂੰ ਪੁੱਛਾਂ ਤੁਹਾਨੂੰ ਕਦੋਂ ਪਤਾ ਲੱਗਿਆ ਤੁਸੀਂ ਔਰਤ ਹੋ ਗਈ ਹੋ, ਠੀਕ ਹੈ, ਇਹ ਇਨਸਾਨ ਦੀ ਇੱਕ ਸੁਭਾਵਿਕ ਗੁਣ ਹੈ। ਸਾਡੇ ਨਖੂਨ, ਮੇਰੇ ਬਾਲ ਜਦੋਂ ਵੱਧਦੇ ਹੈ ਤੇ ਸਾਨੂੰ ਪਤਾ ਨਹੀਂ ਚੱਲਦਾ, ਠੀਕ ਹੈ ਨਾ, ਇੱਕਦਮ ਵੱਧ ਜਾਂਦਾ, ਅਸੀਂ ਹਫਤੇ ਬਾਅਦ ਕੱਟਣਾ ਸ਼ੁਰੂ ਕਰ ਦਿੰਦੇ ਜੀ। ਸੋ ਇਹ ਇੱਕ ਅਹਿਸਾਸ ਹੈ, ਠੀਕ ਹੈ ਨਾ, ਔਰਤ ਹੋਣਾ ਇੱਕ ਅਹਿਸਾਸ ਹੈ। ਐਂਡ ਜੈਂਡਰ ਆਇਡੈਂਟੀਟੀ ਐਕਚੁਅਲੀ ਸੋਸ਼ਲੀ ਕੰਸਟਰਕਟਡ ਹੈ ਜੀ, ਇਹ ਸਮਾਜ ਨੇ ਬਣਾਇਆ ਹੈ, ਇਹ ਕੁਦਰਤੀ ਨਹੀਂ ਹੈ। ਕੁਦਰਤੀ ਸੈਕਸ ਮਤਲਬ ਬਾਇਓਲੋਜੀਕਲ ਅਸਾਈਨਡ ਬਾਡੀ ਹੁੰਦੀ ਹੈ, ਮੇਲ ਫੀਮੇਲ ਤੇ ਇੰਟਰਸੈਕਸ, ਠੀਕ ਹੈ। ਤਿੰਨ ਲੋਕ ਪੈਦਾ ਹੁੰਦੇ ਇਸ ਦੁਨੀਆ ਵਿੱਚ। ਅੱਗੇ ਸਮੇਂ ਦੇ ਹਿਸਾਬ ਨਾਲ ਆਉਣ ਵਾਲੇ ਸਮੇਂ ਆਪਣੇ ਆਪ ਨੂੰ ਮਹਿਸੂਸ ਕਰਨਾ, ਉਹ ਦੋਨੋਂ ਆਪਣੇ ਆਪ ਨੂੰ ਮਹਿਸੂਸ ਕਰ। ਲੇਕਿਨ ਜਦੋਂ ਸਾਡਾ ਜਨਮ ਹੁੰਦਾ ਕਿਸੇ ਦਾ ਵੀ, ਮੇਲ ਫੀਮੇਲ ਇੰਟਰਸੈਕਸ ਦਾ, ਤੇ ਉਸ ਨੂੰ ਉਹਦੇ ਬਾਡੀ ਨੂੰ ਚੈੱਕ ਕਰਕੇ ਦੱਸਿਆ ਜਾਂਦਾ ਕਿ ਇਹ ਨਰ ਹੈ, ਮਾਦਾ ਹੈ ਜੀ। ਬਟ ਐਕਚੁਅਲੀ ਕੋਈ ਵੀ ਬੱਚਾ ਪੈਦਾ ਹੁੰਦਾ ਤੇ ਉਹ ਇਹ ਚਿল্ਲਾਉਂਦੇ ਹੋਏ ਤਾਂ ਨਹੀਂ ਆਉਂਦਾ ਨਾ ਕਿ ਮੈਂ ਆਦਮੀ ਹਾਂ, ਮੈਂ ਔਰਤ ਆ ਗਈ ਹਾਂ ਜਾਂ ਮੈਂ ਇੰਟਰਸੈਕਸ ਪੈਦਾ ਹੋ ਗਿਆ। ਉਹ ਜੋ ਇਨਸਾਨ ਹੈ ਉਹ ਬਾਅਦ 'ਚ ਡਿਸਾਈਡ ਕਰਦਾ ਜਦੋਂ ਉਹਨੂੰ ਅਹਿਸਾਸ ਹੁੰਦਾ ਕਿ ਮੈਂ। ਤੁਹਾਨੂੰ ਕਿੰਨੀ ਉਮਰ 'ਚ ਇਹ ਚੀਜ਼ ਜਾ ਕੇ ਪਤਾ ਲੱਗੀ ਸੀ ਤਾਂ ਉਹ ਮੈਨੂੰ ਦੱਸੋ ਥੋੜਾ ਜਿਹਾ। ਮੇਰਾ 3 ਤੋਂ ਲੈ ਕੇ 5 ਸਾਲ ਦੀ ਏਜ ਵਿੱਚ, ਕਿਉਂਕਿ ਇੱਕ ਟਾਈਮ ਫਿਕਸ ਨਹੀਂ ਹੁੰਦਾ ਕਿ ਮੈਨੂੰ ਅੱਜ ਪਤਾ ਲੱਗ ਗਿਆ। 3 ਤੋਂ ਲੈ ਕੇ 5 ਸਾਲ ਦੀ ਏਜ ਵਿੱਚ, 5 ਸਾਲ ਵਿੱਚ ਮੈਨੂੰ ਬਿਲਕੁਲ ਸਪਸ਼ਟ ਤੌਰ ਤੇ ਪਤਾ ਲੱਗਿਆ ਕਿ ਮੈਂ ਡਿਫਰੈਂਟ ਹਾਂ ਜੀ। ਇੱਕ ਮੈਂ ਆਪਣੇ ਆਪ ਨੂੰ ਔਰਤ ਲੜਕੀ ਮਹਿਸੂਸ ਕਰਦੀ ਸੀ ਜੀ। ਫਿਰ ਜਦੋਂ ਤੁਹਾਨੂੰ ਇਹ ਚੀਜ਼ ਪਤਾ ਲੱਗੀ ਤੇ ਤੁਸੀਂ ਆਪਣੀ ਮਤਲਬ ਫੈਮਿਲੀ 'ਚ ਦੱਸਣਾ ਜਾਂ ਘਰਦਿਆਂ ਨੂੰ ਦੱਸਣਾ, ਸਾਡੇ ਲਈ ਕਈ ਵਾਰੀ ਸਾਨੂੰ ਬਹੁਤ ਹੈਜ਼ੀਟੇਸ਼ਨ ਹੁੰਦੀ ਆ, ਅਸੀਂ ਆਪਣੀ ਫੀਲਿੰਗਸ ਆਪਣੀ ਫੈਮਿਲੀ ਨੂੰ ਨਹੀਂ ਦੱਸ ਸਕਦੇ।
ਜਦੋਂ ਤੁਸੀਂ ਆਪਣੀ ਫੈਮਿਲੀ ਨੂੰ ਦੱਸਿਆ ਉਹ ਟਾਈਮ ਤੁਹਾਡੇ ਲਈ ਕਿੱਦਾਂ ਦਾ ਸੀ? ਤੁਸੀਂ ਆਪਣੀ ਫੈਮਿਲੀ ਨੂੰ ਕਿਵੇਂ ਦੱਸਿਆ? ਤੁਸੀਂ ਉਸ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ 100 ਚੀਜ਼ਾਂ ਆਉਂਦੀਆਂ ਹੋਣਗੀਆਂ ਕਿ ਮੈਂ ਇਹ ਘਰੇ ਗੱਲ ਕਰਨੀ, ਕਿਹਨੂੰ ਦੱਸਾਂ? ਕਈ ਵਾਰੀ ਫੈਮਿਲੀਜ਼ ਸਪੋਰਟ ਨਹੀਂ ਕਰਦੀਆਂ, ਅੰਡਰਸਟੈਂਡ ਨਹੀਂ ਕਰਦੇ, ਤਾਂ ਤੁਸੀਂ ਉਸ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕੀਤਾ? 5 ਸਾਲ ਦੀ ਏਜ ਵਿੱਚ ਜਦੋਂ ਮੇਰਾ ਮੁੰਡਨ ਹੋਇਆ ਤੇ ਫਿਰ ਮੇਰੇ ਬਾਲ ਵੀ ਉਹਨਾਂ ਨੇ ਕੱਟਣੇ ਮਤਲਬ ਕੱਟਣਾ ਸੀਗੇ ਕਿ ਇੱਕ ਮੇਲ ਬੋਡੀ 'ਚ ਤੇ ਆਪਣੇ ਆਪ ਨੂੰ ਆਇਡੈਂਟੀਫਾਈ ਇੱਕ ਵੂਮਨ ਦੀ ਤਰ੍ਹਾਂ ਕਰਨਾ ਸਮਾਜ ਦੇ ਅਕੋਰਡਿੰਗ ਨਹੀਂ ਸੀਗਾ। ਸੋ ਮੇਰੇ ਬਾਲ ਕੱਟੇ ਗਏ ਬਟ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਸ ਟਾਈਮ। ਮੈਂ ਕਿਹਾ ਨਹੀਂ, ਮੈਂ ਤਾਂ ਔਰਤ ਹਾਂ ਐਂਡ ਮੇਰੇ ਬਾਲ ਕੱਟੇ ਗਏ ਤੇ ਬਟ ਮੇਰੇ ਜਿਹੜੇ ਕੱਪੜੇ ਲਿਆਏ ਸੀ ਉਹ ਔਰਤ ਵਾਲੇ ਸੀ, ਲੜਕੀਆਂ ਵਾਲੇ ਜੀ। ਸੋ ਉਸ ਸਮੇਂ ਮੈਂ ਕਾਫੀ ਅਪੋਜ਼ ਕੀਤਾ, ਲੇਕਿਨ ਬੱਚੇ ਜਦੋਂ 10-12 ਸਾਲ ਤੱਕ ਤਾਂ ਇਨਸਾਨ ਦੇ ਜਿਹੜਾ ਬੱਚਾ ਹੈ, ਲੜਕਾ ਜਾਂ ਲੜਕੀ ਕੋਈ ਵੀ ਹੈ, ਉਹ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਮਹਿਸੂਸ ਕਰਦਾ ਤਾਂ ਮਾਂ ਬਾਪ ਜਾਂ ਆਸ ਪੜੋਸ ਦੇ ਲੋਕ ਹੱਸਦੇ ਥੋੜਾ ਟਾਲ ਦਿੰਦੇ ਕਿ ਚਲੋ ਕੋਈ ਨਾ ਬੱਚਾ ਹੈ, ਠੀਕ ਹੈ ਨਾ। ਸੋ ਇਹ 10-12 ਸਾਲ ਦੀ ਏਜ ਤੱਕ ਤਾਂ ਨਿਕਲ ਰਹੇ, ਲੇਕਿਨ ਇਹਨਾਂ ਦੇ ਇਹ ਦੌਰ ਜੋ 10-12 ਸਾਲ ਦੀ ਏਜ ਵਿੱਚ ਮੇਰੇ ਨਾਲ ਕਾਫੀ ਸਾਰੀ ਚੀਜ਼ਾਂ ਹੋਈਆਂ। ਸੈਕਸ਼ੂਅਲ ਅਬਿਊਜ਼ ਸ਼ੁਰੂ ਹੋ ਗਿਆ ਸੀਗਾ 7-8 ਸਾਲ ਦੀ। 7 ਸਾਲ ਵਿੱਚ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੈਨੂੰ ਲੱਗਦਾ ਕਿ ਮੈਂ ਲੜਕੀ ਹਾਂ, ਮੈਨੂੰ ਮਹਿਸੂਸ ਹੁੰਦਾ ਹੈ ਐਂਡ ਮੇਰੇ ਫਾਦਰ ਨਾਲ ਗੱਲ ਕੀਤੀ ਉਹਨਾਂ ਨੇ। ਫਿਰ ਜਿਹੜੇ ਤਾਂਤਰਿਕ ਹੁੰਦੇ ਆ, ਪੰਡਿਤ ਤੰਤਰ, ਉਹਨਾਂ ਕੋਲ ਗਏ ਤਾਂ ਉਹਨਾਂ ਨੇ ਕਿਹਾ ਇਹਦੇ ਅੰਦਰ ਕੋਈ ਭੂਤ ਪ੍ਰੇਤ ਆ ਗਈ ਆ, ਚੁੜੈਲ ਆ ਗਈ, ਤੇ ਉਹਨਾਂ ਨੇ ਮੈਨੂੰ ਜਿਹੜੇ ਝਾੜ ਫੂਕ ਕਰਦੇ ਆ ਜਾਂ ਹੁਣ ਅੱਜ ਕੱਲ੍ਹ ਦੀ ਟੈਕਨੀਕਲ ਲੈਂਗੁਏਜ ਕਹੀਏ ਕਿ ਜੈਂਡਰ ਕਰੈਕਸ਼ਨ ਥੈਰੇਪੀ ਹੁੰਦੀ ਹੈ, ਜਿਹੜੇ ਝੋਲਾ ਛਾਪ ਡਾਕਟਰ ਕਹਿ ਲਓ ਜਾਂ ਫਿਰ ਜਾਦੂ ਮੰਤਰ ਤਾਂਤਰਿਕ ਉਹਨਾਂ ਕੋਲ ਲੈ ਕੇ ਗਏ ਤੇ ਉਹਨਾਂ ਨੇ ਫਿਰ ਰਾਤ ਨੂੰ ਧੂਣੀ ਲਗਾਈ ਤੇ ਅੱਗ ਵਿੱਚ ਚਿਮਟਾ ਗਰਮ ਕਰਕੇ ਮੈਨੂੰ ਮਾਰਨਾ ਪਿੱਟਣਾ ਸ਼ੁਰੂ ਕੀਤਾ। ਪਹਿਲੇ ਤਾਂ ਇੱਕ ਕੈਜੂਅਲ ਵਿੱਚ ਲੈਂਗੁਏਜ 'ਚ ਕਿਹਾ ਕਿ ਇਸ ਬੱਚੇ ਨੂੰ ਛੱਡ ਕੇ ਚਲੇ ਜਾ ਜਿੱਥੇ ਵੀ ਤੂੰ ਆਈ ਹੈ, ਜਿੱਥੋਂ ਵੀ ਤੂੰ ਆਈ ਹੈ ਜੀ। ਲੇਕਿਨ ਉਹ ਸਭ ਚੀਜ਼ਾਂ ਨਹੀਂ ਸੀ। ਸਾਇੰਟੀਫਿਕਲੀ ਦੇਖਿਆ ਜਾਏ ਤਾਂ ਇਹ ਕੋਈ ਗਲਤ ਨਹੀਂ ਹੈ, ਨੇਚਰ ਨੇ ਇਸੇ ਤਰ੍ਹਾਂ ਬਣਾਇਆ ਹੁੰਦਾ ਨਾ ਇਨਸਾਨ ਨੂੰ। So I can say that I trapped in wrong body, my soul trapped in wrong body ਜਿਹੜੀ ਸਾਇੰਟੀਫਿਕ ਲੈਂਗੁਏਜ ਹੈ। ਐਂਡ ਜੈਂਡਰ ਕਈ ਵਾਰੀ ਕਿਆ ਸੈਕਸ ਨਾਲ ਮਿਸਮੈਚ ਹੋ ਜਾਂਦਾ ਹੈ, ਠੀਕ ਹੈ। ਸਾਡਾ ਬ੍ਰੇਨ ਜਿਹੜਾ ਹੈ ਜੈਂਡਰ ਬ੍ਰੇਨ 'ਚ ਹੈ ਤੇ ਸੈਕਸ ਜਿਹੜਾ ਹੈ ਜੀ। ਸੋ ਦੋਨੋਂ ਜਦੋਂ ਮਿਸਮੈਚ ਹੋ ਜਾਂਦੇ ਸੋ ਉਸ ਸਮੇਂ ਇਹ ਪਰਿਸਥਿਤੀ ਆ ਜਾਂਦੀ ਹੈ, ਸਥਿਤੀ ਆ ਜਾਂਦੀ ਕਿ ਬੱਚਾ ਆਪਣੇ ਆਪ ਨੂੰ ਦੋਨੋਂ 'ਚ ਇੱਕ ਚੂਜ਼ ਕਰਨ ਦੀ ਕੋਸ਼ਿਸ਼ ਕਰਦਾ, ਜਾਂ ਆਪਣੇ ਬ੍ਰੇਨ ਨੂੰ ਚੂਜ਼ ਕਰੇ ਜਾਂ ਫਿਰ ਮੈਟਰ ਨਹੀਂ ਕਰਦਾ, ਬਿਕੋਜ਼ ਸਰੀਰ ਦੇ ਨਿਚਲਾ ਹਿੱਸਾ ਸਾਡੇ ਬ੍ਰੇਨ ਤੇ ਅਗੇਂਸਟ ਨਹੀਂ ਚੱਲ ਸਕਦਾ ਜੀ, ਬਿਕੋਜ਼ ਬ੍ਰੇਨ ਇਜ਼ ਸੁਪਰੀਮ ਪਾਵਰ ਜੀ। ਸੋ ਜਦੋਂ ਮੈਨੂੰ ਮਾਰਿਆ ਕੁੱਟਿਆ ਗਿਆ ਚਿਮਟੇ ਨਾਲ, ਗਰਮ ਚਿਮਟੇ ਨਾਲ, ਫਿਰ ਮੈਂ ਸਰੈਂਡਰ ਤਰ੍ਹਾਂ ਦਾ ਸਮਝ ਲਓ ਕਿ ਮੈਂ ਕਿਹਾ ਠੀਕ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਮੈਨੂੰ ਛੱਡ ਦਿਓ, ਮੈਂ ਨਹੀਂ ਕਰਾਂਗੇ ਅੱਗੇ ਤੋਂ ਇਸ ਤਰ੍ਹਾਂ ਕੁੜੀਆਂ ਦੇ ਕੱਪੜੇ ਨਹੀਂ ਪਾਉਂ। ਲੇਕਿਨ ਉਹ ਸਭ ਚੀਜ਼ਾਂ ਕੋਈ ਕਰੈਕਸ਼ਨ ਵਾਲੀ ਨਹੀਂ ਸੀਗੀਆਂ। ਇਸੇ ਤਰ੍ਹਾਂ ਦੀ ਇੱਕ ਚੀਜ਼ ਮੈਂ ਹੋਰ ਇਹਦੇ ਵਿੱਚ ਐਡ ਕਰ ਦੇਵਾਂ ਕਿ ਹੁਣ ਕੁਝ ਸਾਲ ਪਹਿਲੇ ਦੀ ਗੱਲ ਹੈ, ਕਿਉਂਕਿ ਇਸੇ ਤਰ੍ਹਾਂ ਦੇ ਨਾਲ ਰਿਲੇਟਡ ਹੈ ਕਿ ਉਹ ਤਾਂ ਚਲੋ ਤਾਂਤਰਿਕ ਦੀ ਗੱਲ ਸੀ। ਮੇਰੇ ਕੋਲ ਕੋਈ ਪੇਰੈਂਟਸ ਆ ਆਪਣੇ ਬੱਚੇ ਨੂੰ ਲੈ ਕੇ 14-15 ਸਾਲ ਦਾ ਬੱਚਾ ਸੀਗਾ। ਸੋ ਮੈਂ ਉਹਨਾਂ ਨੂੰ ਪੀਜੀ ਲੈ ਕੇ ਗਈ। ਮੈਨੂੰ ਪਤਾ ਸੀ ਪੇਰੈਂਟਸ ਮੇਰੀ ਗੱਲ ਨਹੀਂ ਮੰਨਣਗੇ। ਲੋਕ ਇਹ ਸੋਚਦੇ ਸ਼ਾਇਦ ਆਪਣੇ ਕੁਨਬੇ ਨੂੰ ਵਧਾਉਣ ਵਾਸਤੇ ਇਹ ਲੋਕ ਤਾਂ ਦੂਸਰੇ ਨੂੰ ਇਨਵੋਲਵ ਕਰ ਰਹੇ ਨੇ ਆਪਣੇ ਉਹਦੇ ਵਿੱਚ। ਪਰ ਆਈ ਸੈਡ ਕਿ ਠੀਕ ਹੈ ਮੇਰੀ ਗੱਲ ਇਹ ਮੰਨਣਗੇ ਵੀ ਨਹੀਂ, ਜੇ ਮੈਂ ਮੰਨ ਵੀ ਗਏ ਤੇ ਇਹ ਮੇਰੇ ਕੋਲ ਛੱਡ ਦੇਣਗੇ ਜੀ। ਸੋ ਮੈਂ ਆਲਵੇਜ਼ ਅਗੇਂਸਟ ਸੀ ਕਿ ਕੋਈ ਇਨਸਾਨ ਡੇਰਿਆਂ 'ਚ ਜਾਂ ਇਹਨਾਂ ਦੇ ਕੁਨਬੇ 'ਚ ਸਾਡੇ ਵਿੱਚ ਨਾ ਮਿਲੇ, ਉਹ ਆਪਣੀ ਇੰਡੀਵਿਜੂਅਲ ਲਾਈਫ ਜੀ ਆਪਣੇ ਪੇਰੈਂਟਸ ਨਾਲ ਰਹੇ। तो मैं डॉक्टर पीजीआई ਦੇ ਡਾਕਟਰ ਕੋਲ ਲੈ ਕੇ ਗਈ ਸਾਈਕੈਟ੍ਰਿਸਟ ਡਿਪਾਰਟਮੈਂਟ 'ਚ। तो ਹੈਡ ਆਫ ਦਾ ਡਿਪਾਰਟਮੈਂਟ ਸੀਗਾ ਉਸ ਟਾਈਮ, ਤੇ ਉਹਨਾਂ ਨੇ ਜਦੋਂ ਇਹ ਗੱਲ ਸੁਣੀ ਪੇਰੈਂਟਸ ਨੇ ਕਿਹਾ ਕਿ ਸਾਡੇ ਬੱਚੇ ਨੂੰ ਠੀਕ ਕਰ ਦਿਓ, ਇਹ ਆਪਣੇ ਆਪ ਨੂੰ ਲੜਕੀ ਮੰਨਦਾ ਹੈ। ਸੋ ਡਾਕਟਰ ਨੇ ਕਿਹਾ ਠੀਕ ਤਾਂ ਤੁਹਾਨੂੰ ਹੋਣਾ ਹੈ, ਠੀਕ ਹੈ ਨਾ, ਇਹ ਬੱਚਾ ਉਹ ਕਰ ਰਿਹਾ ਜੋ ਕੁਦਰਤ ਕਰਵਾ ਰਹੀ ਹੈ, ਠੀਕ ਹੈ ਨਾ। ਕਾਉਂਸਲਿੰਗ ਦੀ ਲੋੜ ਤੁਹਾਨੂੰ ਹੈ, ਨਾ ਕਿ ਇਸ ਬੱਚੇ ਨੂੰ ਬਦਨ ਦਿਓ ਜਿਸ ਤਰ੍ਹਾਂ ਬਦਲਣਾ ਚਾਹੁੰਦਾ। ਨੇਚਰ ਉਹਨੂੰ ਆਪਣੇ ਆਪ ਵਧਾ ਰਹੀ ਹੈ, ਜਿਸ ਤਰ੍ਹਾਂ ਬਣਾਉਣਾ ਚਾਹੁੰਦੀ ਨੇਚਰ ਆਪਣੇ ਆਪ बढ़ा ਦਿੰਦੀ। ਤੁਸੀਂ ਇੱਕ ਪੇੜ ਵੱਧਦਾ, ਜੇ ਉੱਪਰ ਕੋਈ ਤੁਸੀਂ ਧਿਆਨ ਨਾਲ ਦੇਖਿਓ ਕੋਈ ਬਿਲਡਿੰਗ 'ਚ ਪੇੜ ਵੱਧਦਾ ਤੇ ਉਹਦੇ ਅੱਗੇ ਬੈਰੀਅਰ ਆ ਜਾਂਦਾ, ਛੱਤ ਆ ਜਾਂਦੀ, ਪੇੜ ਆਪਣੇ ਆਪ ਹੀ ਟੇਢਾ ਹੋ ਜਾਂਦਾ, ਕਿਉਂਕਿ ਉਹਨੇ ਅੱਗੇ ਵਧਣਾ ਹੀ ਵਧਣਾ ਹੈ। ਇਸੇ ਤਰ੍ਹਾਂ ਸਾਡੇ ਸਮਾਜ ਸਾਡੇ ਵਾਸਤੇ ਜਦੋਂ ਬੈਰੀਅਰ ਖੜਾ ਕਰ ਦਿੰਦਾ ਸਾਡੀ ਆਇਡੈਂਟੀਟੀ ਦੀ ਅੱਗੇ, ਲਾਈਕ ਅਸੀਂ ਮੈਂ ਮੇਲ ਆਪਣੇ ਆਪ ਨੂੰ ਫੀਮੇਲ ਆਇਡੈਂਟੀਫਾਈ ਕਰਦੀ ਹਾਂ, ਲੇਕਿਨ ਸਮਾਜ ਨਹੀਂ ਮੰਨਦਾ, ਉਹਦੇ ਵਿੱਚ ਅੱਗੇ ਰੋੜੇ ਅਟਕਾਉਂਦਾ, ਬੈਰੀਅਰ ਖੜੇ ਕਰਦਾ, ਫਿਰ ਅਸੀਂ ਆਪਣੇ ਆਪ ਨੂੰ ਇੱਕ ਤੀਸਰੇ ਵਰਗ ਵੱਲ ਅਸੀਂ ਦੌੜਦੇ ਹਾਂ। ਸੋ ਇਹ ਸਾਰੀ ਚੀਜ਼ਾਂ ਬਚਪਨ ਤੋਂ ਮੇਰੇ ਨਾਲ ਬਹੁਤ ਸਾਰੇ ਡਿਸਕ੍ਰਿਮੀਨੇਸ਼ਨ ਸਕੂਲ ਵਿੱਚ ਹੋਇਆ, ਟੀਚਰਸ ਵੱਲੋਂ ਹੋਇਆ, 10-12 ਸਾਲ ਤੱਕ ਆਉਂਦੇ ਤਾਂ
ਕਾਫੀ ਸਾਰੀ ਚੀਜ਼ਾਂ ਪੇਰੈਂਟਸ ਨੂੰ ਕਹਿਣ ਦੇ ਬਾਵਜੂਦ ਮੇਰੇ ਨਾਲ ਫਿਰ ਕਾਫੀ ਸਾਰੀ ਚੀਜ਼ਾਂ ਹੁੰਦੀਆਂ ਰਹੀਆਂ ਤੇ ਟੀਚਰਸ ਮੈਨੂੰ ਵੀ ਡਾਂਟਦੇ ਸੀ ਕਿ ਤੂੰ ਠੀਕ ਹੋ ਜਾ, ਜੇ ਬੱਚੇ ਤੁਹਾਨੂੰ ਛੱਕਾ ਹੈ ਜਿਹੜਾ ਜਾਂ ਕੁਝ ਵੀ ਬੋਲਦੇ ਆ ਤੇ ਤੂੰ ਆਪਣੇ ਆਪ ਨੂੰ ਠੀਕ ਕਰ ਲੈ, ਕੁੜੀਆਂ ਵਰਗਾ ਨਾ ਬੈਠੇਗਾ, ਕੁੜੀਆਂ ਵਰਗਾ ਨਾ ਚੱਲੇ ਕਰ। ਬਟ ਉਹਨਾਂ ਨੂੰ ਸਮਝਾਉਣਾ ਮਤਲਬ ਮੇਰੇ ਬਸ ਦੀ ਗੱਲ ਨਹੀਂ ਸੀ, ਬਿਕੋਜ਼ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਕਿ ਇਹ ਸਭ ਮੇਰੇ ਨਾਲ ਹੋ ਕਿਉਂ ਰਿਹਾ। 14-15 ਜਦੋਂ 9th-10th ਵਿੱਚ ਸੀਗੀ ਮੈਂ ਤਾਂ ਮੈਨੂੰ ਜੈਂਡਰ, ਹੁਣ ਸਾਇੰਟੀਫਿਕ ਲੈਂਗੁਏਜ 'ਚ ਕਹੀਏ ਕਿ ਜੈਂਡਰ ਡਿਸਫੋਰੀਆ ਕਹਿੰਦੇ ਉਹ ਹੋ ਗਿਆ। ਉਹਦੇ ਵਿੱਚ ਐਂਗਜ਼ਾਇਟੀ, ਡਿਪਰੈਸ਼ਨ, ਇਹ ਸਾਰਾ ਚੀਜ਼ਾਂ ਹੁੰਦੀਆਂ ਕਿਉਂਕਿ ਸਮਾਜ ਐਕਸੈਪਟ ਨਹੀਂ ਕਰਦਾ ਹੁੰਦਾ ਜੀ। ਤੁਹਾਨੂੰ ਇੰਨੀਆਂ ਚੀਜ਼ਾਂ ਝੱਲਣੀਆਂ ਬਹੁਤ ਮੁਸ਼ਕਿਲ ਆ, ਬੰਦੇ ਦੇ ਮੈਂਟਲ ਪ੍ਰੈਸ਼ਰ ਇੰਨਾ ਜ਼ਿਆਦਾ ਹੋ ਜਾਂਦਾ ਕਿ ਤੁਸੀਂ ਡਿਪਰੈਸਡ ਹੋ ਜਾਂਦੇ ਹੋ। ਡਿਪਰੈਸ਼ਨ 'ਤੇ ਚਲੇ ਗਈ ਸੀ ਮੈਂ 9th-10th ਵਿੱਚ ਬਹੁਤ ਜ਼ਿਆਦਾ। ਫਿਰ ਮੈਂ ਸੁਸਾਈਡ ਅਟੈਂਪਟ ਕੀਤਾ ਐਂਡ ਫਿਰ ਮੇਰੀ ਮਦਰ ਨੇ ਮੈਨੂੰ ਸਮਝਾਇਆ ਕਿ ਠੀਕ ਹੈ ਤੂੰ ਜਿਸ ਤਰ੍ਹਾਂ ਵੀ ਜੀਣਾ ਚਾਹੁੰਦਾ ਜੀ, ਲੇਕਿਨ ਪੜ੍ਹਾਈ ਕੰਪਲੀਟ ਕਰ ਲੈ ਆਪਣੀ, ਠੀਕ ਹੈ ਨਾ। ਸੋ ਮੇਰੇ ਫਾਦਰ ਤਾਂ ਕਦੀ ਵੀ ਐਕਸੈਪਟ ਨਹੀਂ ਕਰਦੇ, ਲੇਕਿਨ ਮਦਰ ਨੂੰ ਥੋੜਾ ਬਹੁਤ ਲੱਗਦਾ ਸੀ ਕਿ ਨਹੀਂ ਮੇਰਾ ਬੱਚਾ ਹੈ ਜੀ, ਉਹਨੇ ਲੁਕੋ ਕੇ ਰੱਖਿਆ ਸਭ ਕੁਝ, ਕਿਹਾ ਤੂੰ ਆਪਣੇ ਆਪ ਪੜ੍ਹਾਈ ਕੰਪਲੀਟ ਕਰ, ਜੇ ਪੜ੍ਹ ਲਿਖ ਗਿਆ ਅੱਗੇ ਵੱਧ ਗਈ ਤਾਂ ਸਾਰੇ ਐਕਸੈਪਟ ਕਰਨਗੇ ਜੀ। ਹੁਣ ਜਦ ਤੇਰੇ ਕੋਲ ਕੁਝ ਵੀ ਨਹੀਂ ਹੈ, ਨਾ ਤੇਰੇ ਕੋਲ ਡਿਗਰੀ ਹੈ ਨਾ ਪੈਸਾ ਹੈ, ਕੋਈ ਤੈਨੂੰ ਐਕਸੈਪਟ ਨਹੀਂ ਕਰਿਆ, ਗਰੀਬ ਇਨਸਾਨ ਦਾ ਕੋਈ ਵੀ ਨਹੀਂ ਸੁਣਦਾ, ਠੀਕ ਹੈ ਨਾ। ਸੋ ਤੇਰੇ ਕੋਲ ਡਿਗਰੀ ਹੋਏਗੀ, ਪੈਸਾ ਹੋਏਗਾ, ਤੇਰੇ ਸਾਰੇ ਲੋਕ ਸੁਣਨਗੇ ਜੀ। ਸੋ ਮੈਂ ਫਿਰ ਪੜ੍ਹਾਈ ਦੇ ਵੱਲ ਜ਼ਿਆਦਾ ਧਿਆਨ ਦਿੱਤਾ। ਫਿਰ ਮੈਂ ਗ੍ਰੈਜੂਏਸ਼ਨ ਆਉਂਦੇ ਕਾਫੀ ਚੀਜ਼ਾਂ ਅਚੀਵ ਕੀਤੀਆਂ। ਬਿਲਕੁਲ, ਮੈਂ ਤੁਹਾਡੀ ਮੈਮ ਇਸ ਗੱਲ ਨੂੰ ਕੱਟਦੀ ਹਾਂ, ਸੌਰੀ, ਮੈਂ ਇਹ ਦੱਸਦਾ ਆਪਣੇ ਦਰਸ਼ਕਾਂ ਨੂੰ ਕਿ ਇਹ PhD ਕਰ ਰਹੇ ਨੇ ਯੂਨੀਵਰਸਿਟੀ ਦੇ ਵਿੱਚ, ਪੰਜਾਬ ਯੂਨੀਵਰਸਿਟੀ ਦੇ ਵਿੱਚ 2016 ਤੋਂ ਨੇ। ਇਹਨਾਂ ਨੇ ਇੱਥੋਂ ਆਪਣੀ ਸਾਰੀ ਸਟੱਡੀ ਕੰਪਲੀਟ ਕੀਤੀ ਹੈ ਤੇ ਹੋਰ ਜੋ ਮੈਮ ਦੀਆਂ ਉਪਲਬਧੀਆਂ ਨੇ ਉਹ ਤੁਹਾਨੂੰ ਖੁਦ ਵੀ ਦੱਸਣਗੇ ਜੀ। ਤੇ ਮੈਂ ਗ੍ਰੈਜੂਏਸ਼ਨ ਤੱਕ ਆਉਂਦੇ ਮੈਂ ਟੌਪਰ ਸੀ ਇਸੇ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ। ਅਸੀਂ ਪੰਜਾਬ ਯੂਨੀਵਰਸਿਟੀ 'ਚ ਬੈਠੇ ਹਾਂ ਕੈਂਪਸ 'ਚ ਜੀ। ਸੋ ਮੈਨੂੰ ਫਖਰ ਹੁੰਦਾ, ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਮੈਂ ਇਸ ਯੂਨੀਵਰਸਿਟੀ ਦੇ ਪ੍ਰੋਡਕਟ ਵੀ ਹਾਂ। ਤੇ ਪੰਜਾਬ ਯੂਨੀਵਰਸਿਟੀ ਨੇ ਚਾਹੇ ਬੇਸ਼ੱਕ ਮੈਨੂੰ ਦੇਖੋ, ਐਜੂਕੇਸ਼ਨ ਕਦੀ ਕਿਸੇ ਨੂੰ ਡਿਸਕ੍ਰਿਮੀਨੇਟ ਨਹੀਂ ਕਰਦਾ ਜੀ। ਐਜੂਕੇਸ਼ਨਲ ਇੰਸਟੀਟਿਊਸ਼ਨ ਨੇ ਮੈਨੂੰ ਕਦੀ ਡਿਸਕ੍ਰਿਮੀਨੇਟ ਨਹੀਂ ਕੀਤਾ, ਬੇਸ਼ੱਕ ਬੰਦਿਆਂ ਨੇ ਕੀਤਾ। ਇਨਸਾਨ ਔਰ ਯੂਨੀਵਰਸਿਟੀ 'ਚ ਅਲੱਗ ਫਰਕ ਹੈ ਜੀ। ਐਜੂਕੇਸ਼ਨ ਪੜ੍ਹਾਈ ਜਿਹੜੀ ਹੈ ਇੱਕ ਲਿਟਰੇਸੀ ਹੁੰਦੀ ਪੜ੍ਹਾਈ, ਕਿਉਂਕਿ ਅੱਜ ਕੱਲ੍ਹ ਪੜ੍ਹਿਆ ਲਿਖਾ ਸਾਰੇ ਦੁਨੀਆ ਹੀ ਪੜ੍ਹੀ ਲਿਖੀ ਹੈ, ਲੇਕਿਨ ਕਿੰਨੇ ਕੁ ਬੰਦਿਆਂ ਨੂੰ ਐਮਪੈਥੇਟਿਕਲ ਅਪਰੋਚ ਪਤਾ ਹੈ, ਕਿੰਨੇ ਕੁ ਲੋਕ ਐਮਪੈਥੇਟਿਕਲ ਹੈ ਜੀ। ਸੋ ਇਹ ਵੀ ਮੈਟਰ ਕਰਦਾ ਕਿ ਐਮਪੈਥੀ ਲੋਕਾਂ ਵਿੱਚ ਹੈ ਨਹੀਂ। ਲੋਕ ਇੰਨਾ ਸਾਰਾ ਡਿਸਕ੍ਰਿਮੀਨੇਸ਼ਨ, ਬੁਲੀ ਕਰਦੇ, ਹੈਰੈਸਮੈਂਟ ਕਰਦੇ ਇਸੇ ਯੂਨੀਵਰਸਿਟੀ 'ਚ ਵੀ। ਲੇਕਿਨ ਜਿਹੜਾ ਯੰਗ ਜਨਰੇਸ਼ਨ ਹੈ ਉਹ ਥੋੜਾ ਅੱਗੇ ਵੱਧ ਰਿਹਾ। ਤੇ ਮੈਂ ਇਸੇ ਯੂਨੀਵਰਸਿਟੀ 'ਚ BA ਆਨਰਸ ਕੀਤੀ, ਟੌਪਰ ਸੀ ਗਵਰਨਮੈਂਟ ਕਾਲਜ 46 ਚੰਡੀਗੜ੍ਹ ਵਿੱਚ। ਐਂਡ ਉਸ ਤੋਂ ਬਾਅਦ ਮੈਂ ਮਾਸਟਰ ਵਿੱਚ ਇੱਥੇ ਐਡਮਿਸ਼ਨ ਲਿੱਤੀ ਹਿਸਟਰੀ ਡਿਪਾਰਟਮੈਂਟ ਨੇ। ਮੇਰੇ ਨਾਲ ਫਿਰ ਉਸ ਟਾਈਮ ਕਾਫੀ ਸਾਰਾ ਡਿਸਕ੍ਰਿਮੀਨੇਸ਼ਨ ਜਾਂ ਕਹਿ ਸਕਦੇ ਕਿ ਉਹ ਰੈਗਿੰਗ ਹੋਈ, ਤੇ ਇਸ ਕਰਕੇ ਮੈਨੂੰ ਛੱਡਣੀ ਪਈ ਯੂਨੀਵਰਸਿਟੀ। ਐਂਡ ਫਿਰ 94 'ਚ ਮੇਰਾ ਦੁਬਾਰਾ ਮੈਂ ਐਡਮਿਸ਼ਨ ਲਿੱਤੀ LLB 'ਚ, ਇਵਨਿੰਗ 'ਚ। ਸੋ ਇਵਨਿੰਗ 'ਚ ਇਸੇ ਤਰ੍ਹਾਂ ਦਾ ਸ਼ਾਮ ਨੂੰ ਅਸੀਂ ਪੜ੍ਹਨ ਜਾਂਦੇ ਸੀ, ਰਾਤ 9 ਵਜੇ ਕਰੀਬ ਕਲਾਸ ਖਤਮ ਹੋ ਜਾਏ। ਅਗੇਨ ਉਸੇ ਤਰ੍ਹਾਂ ਦਾ ਫਿਰ ਮੇਰੇ ਨਾਲ, ਕਿਉਂਕਿ ਲੜਕੇ ਜਿਹੜੇ ਹੈ ਬਦਤਮੀਜ਼ੀਆਂ ਕਰਦੇ ਬਹੁਤ ਜ਼ਿਆਦਾ, ਕਿਸੇ ਦੇ ਚੱਲਦੇ ਫਿਰਦੇ ਕਮੈਂਟ ਕਰਦੇ, ਤੇ ਕੁਝ ਮੁੰਡਿਆਂ ਨੇ ਮੇਰੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ, ਸੋ ਪਕੜ ਕੇ ਕਲਾਸਰੂਮ 'ਚ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਮੇਰੇ ਨਾਲ ਹੋਈ। ਫਿਰ ਮੈਂ ਲਾਅ ਵੀ ਛੱਡ ਦਿੱਤੀ। ਅਦਰਵਾਈਜ਼ ਮੈਂ ਅਗਰ MA LLB ਹੁੰਦੀ ਤਾਂ ਅੱਜ ਮੈਂ ਐਡਵੋਕੇਟ ਹੁੰਦੀ, ਸੀਨੀਅਰ ਐਡਵੋਕੇਟ ਹੁੰਦੀ। ਬਟ ਜੈਂਡਰ ਆਈਡੈਂਟੀਟੀ ਆਈ ਥਿੰਕ ਇਹ ਸਾਰੀ ਪ੍ਰੋਬਲਮ ਜਿਹੜੀ ਹੈ ਮੇਰੇ ਵਿੱਚ ਨਹੀਂ ਸੀਗੀ, ਸਮਾਜ ਵਿੱਚ ਸੀਗੀ। ਆਈ ਐਮ ਇਨ ਰਾਈਟ ਜੈਂਡਰ ਬਟ ਇਨ ਰੋਂਗ ਵਰਲਡ ਜੀ, ਠੀਕ ਹੈ ਨਾ। ਕਿਉਂਕਿ ਲੋਕ ਕਿਤੇ ਨਾ ਕਿਤੇ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ, ਐਕਸੈਪਟੈਂਸ ਨਹੀਂ ਹੈ ਲੋਕਾਂ ਦੇ ਵਿੱਚ। ਐਕਸੈਪਟੈਂਸ ਮਤਲਬ ਲੋਕਾਂ ਨੂੰ ਸਮਝ ਨਹੀਂ ਹੈ। ਜੈਂਡਰ ਆਈਡੈਂਟੀਟੀ ਦੇ ਬਾਰੇ ਕਿਸੇ ਨੂੰ ਪੁੱਛ ਲਓ ਅੱਜ ਜੀ, ਸੈਕਸ, ਸੈਕਸ਼ੁਅਲਿਟੀ ਐਂਡ ਜੈਂਡਰ, ਇਹ ਕਿਸੇ ਨੂੰ ਨਹੀਂ ਪਤਾ। ਈਵਨ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਉਹਨਾਂ ਨੂੰ ਵੀ ਨਹੀਂ ਪਤਾ, ਸਰਕਾਰ ਵਿੱਚ ਜਿਹੜੇ ਲੋਕ ਬੈਠੇ ਉਹਨਾਂ ਨੂੰ ਨਹੀਂ ਪਤਾ ਹੈ, ਸਾਡੇ ਆਪਣੇ ਮਾਂ-ਬਾਪ ਨੂੰ ਨਹੀਂ ਪਤਾ, ਸਾਡੇ ਭੈਣ ਭਰਾਵਾਂ ਨੂੰ ਨਹੀਂ ਪਤਾ। ਸਿਰਫ ਉਹ ਇਨਸਾਨ ਜਿਹੜਾ ਉਸ ਚੀਜ਼ ਨੂੰ ਝੇਲ ਰਿਹਾ। ਕਿਸੇ ਨੂੰ ਕੋਈ ਕਿਸੇ ਨੂੰ ਇਨਸਾਨ ਨੂੰ ਬਿਮਾਰੀ ਹੁੰਦੀ ਹੈ, ਜਾਂ ਉਹ ਡਿਸੇਬਲ ਹੈ, ਡਿਫਰੈਂਟਲੀ ਏਬਲ ਹੈ, ਜਾਂ ਕਿਸੇ ਨੂੰ ਹੋਰ ਬਿਮਾਰੀਆਂ ਹੋ ਜਾਂਦੀਆਂ, ਲਾਇਲਾਜ ਬਿਮਾਰੀ, ਉਹ ਇਨਸਾਨ ਖੁਦ ਭੁਗਤਦਾ ਹੈ, ਉਸਨੂੰ ਪਤਾ ਹੈ ਕਿ ਮਹਿਸੂਸ। ਚਲੋ ਠੀਕ ਹੈ, ਟਰਾਂਸਜੈਂਡਰ ਨੂੰ ਦਾ ਮੈਟਰ ਨਾ ਅਸੀਂ ਛੇੜੀਏ, ਅਸੀਂ ਡਿਫਰੈਂਟਲੀ ਏਬਲਡ ਬੱਚਿਆਂ ਨੂੰ ਦੇਖੀਏ। ਉਹਨਾਂ ਦੇ ਨਾਲ ਵੀ ਤਾਂ ਲੋਕ ਉਹਨਾਂ ਨੂੰ ਜਦੋਂ ਪੈਦਾ ਹੁੰਦਾ ਇਹ ਭਿਖਾਰੀ ਹੋਏਗਾ, ਭੀਖ ਮੰਗੇਗਾ, ਇਹ ਕਰੇਗਾ, ਉਹ ਲੇਕਿਨ ਉਹਨਾਂ ਲੋਕਾਂ ਨੇ ਪ੍ਰੂਵ ਕੀਤਾ, ਠੀਕ ਹੈ ਨਾ। ਡਿਫਰੈਂਟਲੀ ਐਂਡ ਸਪੈਸ਼ਲ ਲੋਕ ਜੋ ਹੈ ਉਹ ਸਪੈਸ਼ਲ ਹੁੰਦੇ। ਸੋ ਕੁਆਲਿਟੀਜ਼ ਹੁੰਦੀਆਂ, ਇੱਕ ਇਨਸਾਨ ਦੇ ਵਿੱਚ ਕੁਝ ਕਮੀ ਹੁੰਦੀ ਹੈ ਤੇ ਉਹ ਦੂਸਰੇ 100 ਹੋਰ ਗੁਣ ਆ ਜਾਂਦੇ ਹਨ। ਸੋ ਮਾਂ-ਬਾਪ ਨੂੰ ਕਦੇ ਵੀ ਆਪਣੇ ਬੱਚਿਆਂ ਨੂੰ, ਸਭ ਤੋਂ ਪਹਿਲੇ ਸਾਡਾ ਸਪੋਰਟ ਗਰੁੱਪ ਹੁੰਦਾ ਜਿਹੜਾ ਮਾਂ-ਬਾਪ ਹੁੰਦੇ, ਭੈਣ ਭਰਾ, ਸਾਡੀ ਆਪਣੀ ਫੈਮਿਲੀ। ਜੇ ਉਹ ਸਪੋਰਟ ਗਰੁੱਪ ਸਾਨੂੰ ਮਿਲ ਜੇ ਨਾ, ਫਿਰ ਦੁਨੀਆ ਨੂੰ ਸਾਨੂੰ ਕਿਸੇ ਦੀ ਲੋੜ ਨਹੀਂ ਹੈ। ਅਗਰ ਸਾਡੇ ਪੇਰੈਂਟਸ ਸਾਡੇ ਨਾਲ ਨਹੀਂ ਹੈ ਨਾ, ਫਿਰ ਕੋਈ ਦੁਨੀਆ ਦਾ ਕੋਈ ਵੀ ਇਨਸਾਨ ਆ ਜਾਏ, ਸਾਨੂੰ ਕੋਈ ਵੀ ਠੀਕ ਨਹੀਂ ਕਰ ਸਕਦਾ। ਮਤਲਬ ਅਸੀਂ ਮੈਂਟਲੀ ਡਿਪਰੈਸ਼ਨ। ਸੋ
ਅਸੀਂ ਨਾ ਸਾਰੀ ਦੁਨੀਆ ਤੋਂ ਜਿੱਤ ਜਾਂਦੇ ਹਾਂ ਜੀ ਲੇਕਿਨ ਆਪਣੇ ਪਰਿਵਾਰ ਚੋਂ ਹਾਰ ਜਾਂਦੇ ਹਾਂ। ਅਸੀਂ ਸਾਰੀ ਦੁਨੀਆ ਨਾਲ ਲੜਦੇ ਹਾਂ, ਹਿਜੜਾ ਬਣ ਕੇ, ਕਿੰਨਰ ਬਣ ਕੇ ਤਾੜੀਆਂ ਵਜਾਉਂਦੇ ਹਾਂ, ਦੁਨੀਆ ਨਾਲ ਲੜਦੇ ਹਾਂ, ਬੱਸਾਂ 'ਚ, ਟ੍ਰੇਨਾਂ 'ਚ, ਕਿਸੇ ਦੀ ਵਧਾਈਆਂ 'ਚ ਅਸੀਂ ਤਾਲੀਆਂ ਮਾਰ ਮਾਰ ਕੇ ਵਧਾਈਆਂ ਲੈ ਲੈਂਦੇ ਹਾਂ, ਠੀਕ ਹੈ ਨਾ। ਲੇਕਿਨ ਜਦੋਂ ਸਾਡੇ ਪੇਰੈਂਟਸ ਆਉਂਦੇ ਉਹਨਾਂ ਦੇ ਅੱਗੇ ਅਸੀਂ ਹਾਰ ਜਾਂਦੇ। ਸੋ ਇਹ ਸਾਡੀ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਸੋਸਾਇਟੀ ਹੈ। ਇਹਦੇ ਵਿੱਚ ਇੰਨੇ ਸਾਰੇ ਇਸ਼ੂਜ਼ ਹੈ ਐਂਡ ਇਸ ਸਾਰੇ ਇਸ਼ੂਜ਼ ਨੂੰ ਸਾਡੇ ਜਸਟ ਟਰਾਂਸਜੈਂਡਰ ਵੀ ਫੇਸ ਕਰਦਾ ਹੈ ਨਾ। ਗਰੀਬੀ ਅਮੀਰੀ ਤਾਂ ਸਭ ਜਗ੍ਹਾ ਹੀ ਹੈ। ਸਾਡੀ ਰੋਜੀ ਰੋਟੀ ਤੁਸੀਂ ਸਭ ਲੋਕ ਆਪਣੇ ਮਾਂ-ਬਾਪ ਦੇ ਨਾਲ ਰਹਿੰਦੇ ਹੋ, ਇਸ ਤਾਂ ਉਹ ਵੀ ਨਹੀਂ ਹੈ। ਇਸ ਯੂਨੀਵਰਸਿਟੀ 'ਚ ਪੜ੍ਹਦੇ ਮੈਂ ਅੱਜ ਉਸ ਤੋਂ ਬਾਅਦ ਜਦੋਂ ਮੈਂ ਇਸ ਯੂਨੀਵਰਸਿਟੀ 'ਚ ਮੈਂ ਨਿਕਲ ਗਈ ਫਿਰ, ਲੇਕਿਨ ਮੈਂ ਪੜ੍ਹਾਈ ਕਦੀ ਵੀ ਨਹੀਂ ਛੱਡੀ, ਮੈਂ ਕਦੀ ਵੀ ਭੀਖ ਨਹੀਂ ਮੰਗੀ ਔਰ ਮੇਰੇ ਨਾਲ ਮੈਂ ਹਮੇਸ਼ਾ ਇਹ ਸੋਚਦੀ ਕਿ ਮੈਂ ਬੇਸ਼ੱਕ ਮਰ ਜਾਊਂਗੀ ਲੇਕਿਨ ਮੈਂ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਂਗੀ, ਕਿਸੇ ਦੇ ਅੱਗੇ ਮਤਲਬ ਤਾਲੀ ਨਹੀਂ ਬਜਾਊਂਗੀ। ਸੋ ਇਹ ਮੇਰੀ ਆਪਣੀ ਸੋਚ ਹੈ। ਮੈਂ ਕਿਸੇ ਨੂੰ ਨਹੀਂ ਕਹੂੰਗੀ ਕਿ ਤੁਸੀਂ ਨਾ ਕਰੋ ਇਦਾਂ ਦਾ, ਹਰ ਇੱਕ ਦੀ ਆਪਣੀ ਇੰਡੀਵਿਜੂਅਲ ਸੋਚ ਹੈ। ਬਟ ਮੇਰੀ ਸੋਚ ਰਹੀ ਕਿ ਮੈਂ ਕਦੀ ਵੀ ਤਾਲੀ ਨਹੀਂ ਬਜਾਊਂਗੀ, ਮੈਂ ਕਦੀ ਵੀ ਇਦਾਂ ਦਾ ਕੋਈ ਕੰਮ ਨਹੀਂ ਕਰੂੰਗੀ ਕਿ ਮੈਨੂੰ ਆਪਣੇ ਆਪ ਨੂੰ ਸ਼ਰਮਿੰਦਾ ਹੋਣਾ ਪਵੇ। ਮੈਂ ਹਮੇਸ਼ਾ ਇਦਾਂ ਦੇ ਕੰਮ ਕਰੂੰਗੀ, ਦੁਨੀਆ ਤਾਲੀ ਬਜਾਏਗੀ। ਸੋ ਫਿਰ ਮੈਂ ਪੜ੍ਹਾਈ ਜਾਰੀ ਰੱਖੀ, ਛੋਟੇ ਮੋਟੇ ਡਿਪਲੋਮਾ ਕੀਤੇ, ਜੈਸੇ ਰਸ਼ੀਅਨ ਲੈਂਗੁਏਜ ਦੇ ਡਿਪਲੋਮਾ, ਫ੍ਰੈਂਚ ਲੈਂਗੁਏਜ 'ਚ ਮੈਂ ਕੀਤਾ ਡਿਪਲੋਮਾ, ਫਿਰ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਸ ਡਿਪਲੋਮਾ ਕੀਤਾ। 2002 'ਚ ਮੇਰੇ ਨਾਲ ਗੈਂਗਰੇਪ ਹੋਇਆ ਤੇ ਇੱਥੇ ਮੈਨੂੰ ਇੱਕ ਮਤਲਬ 2 ਲੜਕੇ ਸੀਗੇ, ਉਹਨੇ ਆਪਣੀ ਗੱਡੀ 'ਚ ਉਹਨਾਂ ਨੇ ਮੈਨੂੰ ਕਿਸੇ ਤਰ੍ਹਾਂ ਬਹਿਲਾ ਫੁਸਲਾ ਕੇ ਲੈ ਕੇ ਗਏ ਐਂਡ ਕਿਡਨੈਪ ਕਰਕੇ ਪਿਸਟਲ ਦੀ ਨੋਕ 'ਚ ਮੈਨੂੰ ਅੰਬਾਲਾ ਲੈ ਕੇ ਗਏ ਕਾਰ 'ਚ ਬਿਠਾ ਕੇ। ਸੋ ਸਾਰੀ ਰਾਤ 20 ਮੁੰਡਿਆਂ ਨੇ ਗੈਂਗਰੇਪ ਕੀਤਾ ਤੇ ਸਵੇਰੇ ਮੈਨੂੰ ਅੰਬਾਲਾ ਛਾਵਨੀ ਦੇ ਜਿਹੜਾ ਬੱਸ ਸਟੈਂਡ ਸੀਗਾ ਉੱਥੇ ਛੱਡ ਦਿੱਤਾ। ਸੋ ਮੇਰੇ ਕੋਲ ਪੈਸੇ ਨਹੀਂ ਸੀਗੇ, ਬੜੀ ਮੁਸ਼ਕਿਲ ਨਾਲ ਮੈਂ ਚੰਡੀਗੜ੍ਹ ਪਹੁੰਚੀ। ਚੰਡੀਗੜ੍ਹ ਪਹੁੰਚਦੇ ਵੀ ਮਤਲਬ ਜਿਸ ਬੱਸ 'ਚ ਮੈਂ ਸੀਗੀ ਉਸ ਬੱਸ ਦਾ ਕੰਡਕਟਰ ਵੀ ਟਰਾਈ ਕਰ ਰਿਹਾ ਸੀ ਮੇਰੇ ਉੱਪਰ। ਸੋ ਇਹ ਸਾਰੀ ਚੀਜ਼ਾਂ ਮੈਂ ਫੇਸ ਕੀਤੀਆਂ ਐਂਡ ਸੁਸਾਈਡਲ ਅਟੈਂਪਟ ਮੈਂ ਦੁਬਾਰਾ ਕੀਤਾ। ਐਂਡ ਜਦੋਂ ਮੈਂ ਸੁਸਾਈਡ ਅਟੈਂਪਟ ਕਰਨ ਵਾਸਤੇ ਘਰੋਂ ਭੱਜੀ ਜੰਗਲ ਵਿੱਚ, ਇੱਕ ਪੇੜ 'ਤੇ ਮੈਂ ਆਪਣੇ ਇੱਕ ਕੱਪੜਾ ਸੀਗਾ ਲੰਬਾ, ਮੈਂ ਉਹਦੇ ਟੰਗ ਕੇ ਆਪਣੇ ਆਪ ਨੂੰ ਟੰਗਣ ਦੀ ਕੋਸ਼ਿਸ਼ ਕੀਤੀ, ਫਾਹਾ ਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਫਾਹਾ ਲਾਉਣ ਦੀ ਅੱਗੇ ਮੈਂ ਆਪਣਾ ਕੋਸ਼ਿਸ਼ ਕਰੀ ਤੇ ਮੈਂ ਆਪਣੇ ਪੁਰਾਣੇ ਦਿਨ ਯਾਦ ਕਰ ਰਹੀ ਸੀ, ਇੱਕਦਮ ਮੇਰੇ ਪੁਰਾਣੇ ਆਪਣੇ ਰਿਵਾਈਵ ਕਰ ਰਹੀ ਸੀ, ਦਿਮਾਗ ਨੂੰ ਲਗਾ ਰਹੀ ਸੀ ਕਿ ਮੈਂ ਕਿਸ ਤਰ੍ਹਾਂ ਬਚਪਨ ਤੋਂ ਲੈ ਕੇ ਅੱਜ ਤੱਕ ਮੈਂ ਕਿਸ ਤਰ੍ਹਾਂ ਸੇ ਕਿਆ ਸਹਾ, ਕਿਸ ਤਰ੍ਹਾਂ ਫੈਮਿਲੀ ਦਾ ਜਾਂ ਸੋਸਾਇਟੀ ਦਾ, ਇਹ ਸਾਰੀ ਚੀਜ਼ਾਂ ਆਪਣੇ ਆਪ ਨੂੰ ਮੇਰੇ ਨਾਲ ਕੀ ਹੋਇਆ। ਤਾਂ ਅਚਾਨਕ ਮੇਰੇ ਦਿਮਾਗ 'ਚ ਆਇਆ ਕਿ ਜਦੋਂ ਮੈਂ ਐਂਡ ਆਪਣੇ ਉਸ ਟਾਈਮ ਨੂੰ ਦੇਖ ਰਹੀ ਸੀ ਕਿ ਅੱਜ ਮੈਂ ਇੱਥੇ ਪਹੁੰਚ ਗਈ ਹਾਂ, ਫਿਰ ਦਿਮਾਗ 'ਚ ਆਇਆ ਮੇਰੇ ਕਿ ਮੈਂ ਕਿਉਂ ਮਰਾਂ, ਬਿਲਕੁਲ ਮੈਂ ਕਿਹੜਾ ਰੇਪ ਕੀਤਾ ਕਿਸੇ ਦਾ, ਮੈਂ ਕਿਸੇ ਦਾ ਕਰਪਸ਼ਨ ਦੇ ਵਿੱਚ ਥੋੜੀ ਫਸੀ, ਮੈਂ ਕਿਸੇ ਦਾ ਕੋਈ ਡਕੈਤੀ ਤਾਂ ਨਹੀਂ ਮਾਰੀ, ਮੈਂ ਸਮਾਜ ਨੂੰ ਕੋਈ ਵਿਗਾੜਿਆ ਨਹੀਂ, ਮੈਂ ਕੁਝ ਵੀ ਨਹੀਂ ਕੀਤਾ, ਮੇਰੇ ਨਾਲ ਇੰਨਾ ਸਾਰਾ ਕੁਝ ਹੋਇਆ ਤਾਂ ਉਹ ਸਮਾਜ ਨੇ ਕੀਤਾ, ਮੈਂ ਤਾਂ ਸਮਾਜ ਨੂੰ ਕੀਤਾ। ਤੁਸੀਂ ਦੇਖੋ ਸਮਾਜ ਅਖਬਾਰ ਉਠਾ ਕੇ ਦੇਖੋ, ਕਦੀ ਵੀ ਕਿਸੇ ਨੇ ਟਰਾਂਸਜੈਂਡਰ ਨੇ ਹਿਜੜੇ ਨੇ ਕਦੀ ਰੇਪ ਕੀਤਾ ਹੈ। ਸੋ ਅਸੀਂ ਤਾਂ ਸਮਾਜ ਵਿੱਚ ਤਾਂ ਕਦੇ ਵੀ ਕੋਈ ਇਦਾਂ ਦਾ ਕੋਈ ਕੰਮ ਨਹੀਂ ਕਰਦੇ, ਤਾਂ ਸਮਾਜ ਕਿਉਂ ਸਾਡੇ ਨਾਲ ਇਦਾਂ ਕਰਦੇ? ਸਿਰਫ ਕੱਪੜੇ ਪਾਉਣ ਨਾਲ ਕੋਈ ਇਨਸਾਨ ਬਦਲ ਥੋੜੀ ਜਾਂਦਾ ਹੈ। ਮੈਂ ਆਪਣੇ ਤਨੀ ਤਾਂ ਟੱਗਿਆ, ਇਹ ਸਾੜੀ ਪਾ ਕੇ ਮੇਰੇ ਸਾੜੀ ਪਾਉਣ ਨਾਲ ਤੁਹਾਨੂੰ ਕੀ ਪ੍ਰੋਬਲਮ ਹੈ? ਮੈਂ ਜੋ ਕੁਝ ਵੀ ਕਰ ਰਹੀ ਹਾਂ ਅੱਜ, ਮੈਂ ਆਪਣੇ ਮੁਕਾਮ ਤੇ ਖੜੀ ਹਾਂ, ਮੈਂ ਆਪਣੀ ਪਹਿਚਾਨ ਤੇ ਖੜੀ ਹਾਂ, ਮੇਰਾ ਢੀਠਪਨ ਸੀਗਾ। ਸੋ ਮੈਂ ਉਸ ਟਾਈਮ ਫਿਰ ਜਿਹੜਾ ਫਾਹਾ ਲਾਉਣ ਦਾ ਜਿਹੜਾ ਮੇਰਾ ਡਿਸੀਜਨ ਸੀ, ਮੈਂ ਇੱਕਦਮ ਹਟਾ ਕੇ ਆਪਣੇ ਦਿਮਾਗ ਤੋਂ ਮੈਂ ਇੱਕਦਮ ਸੇ ਕੌਨਸ਼ੀਅਸ ਹੋ ਗਈ ਕਿ ਨਹੀਂ, ਮੈਂ ਨਹੀਂ ਮਰਨਾ, ਮੈਂ ਸਮਾਜ ਦੀ ਸੋਚ ਨੂੰ ਜਿਹੜੀ ਹੈ ਨਾ ਉਹਨੂੰ ਮਾਰਨਾ, ਉਹਨੂੰ ਬਦਲਣਾ। ਸੋ ਮੈਂ ਵਾਪਸ ਆਈ ਤੇ ਮੈਂ ਬਸ ਕੁਝ ਦਿਨਾਂ ਤੱਕ ਇੱਦਾਂ ਹੀ ਟਰਾਈ ਕਰ, ਮੈਂ ਕਰਾਂ ਕੀ, ਕਿਸ ਤਰ੍ਹਾਂ ਮੈਂ ਸਮਾਜ ਵਿੱਚ ਜਾਵਾਂ, ਕਿਆ ਕਰਾਂ ਇੱਦਾਂ। ਅਚਾਨਕ ਕਿਉਂਕਿ ਜਹਾਂ ਚਾਹ ਵਹਾਂ ਰਾਹ, ਇਨਸਾਨ ਜਦੋਂ ਸੋਚ ਲੈਂਦਾ ਉਹਨੂੰ ਕੁਛ ਨਾ ਕਿਸੇ ਰਸਤਾ ਮਿਲ ਹੀ ਜਾਂਦਾ। ਜਦੋਂ ਮੈਂ ਕੁਛ ਦਿਨ ਤੱਕ ਮਹੀਨਾ ਸਮਝ ਲਓ ਕਿ ਮੈਂ ਭਟਕਦੀ ਰਹੀ, ਇੱਕ ਦਿਨ ਬੱਸ ਸਟੈਂਡ ਜਾ ਰਹੀ ਸੀ ਤੇ ਮੈਨੂੰ ਇੱਕ ਫਰੈਂਡ ਮਿਲਿਆ, ਉਹ ਵੀ ਘਰੋਂ ਭੱਜਿਆ ਸੀਗਾ, ਉਹ ਵੀ ਟਰਾਂਸਜੈਂਡਰ ਸੀਗਾ ਐਂਡ ਮੈਨੂੰ ਅਚਾਨਕ ਉਹ ਸੜਕ ਤੇ ਸੁੱਤਾ ਮਿਲਿਆ ਤੇ ਮੈਂ ਦੇਖਿਆ ਉਹ ਮੈਨੂੰ ਬਾਰ-ਬਾਰ ਦੇਖਦਾ, ਮਤਲਬ ਚਲਦੇ ਕਿਉਂਕਿ ਅਸੀਂ ਆਪਣੇ ਇੱਕ ਹੁੰਦਾ ਨਾ ਆਪਣੇ ਸੇਮ ਨੇਚਰ ਦਾ ਇਨਸਾਨ ਨੂੰ ਪਹਿਚਾਨ ਲੈਂਦੇ। ਤੇ ਮੈਂ 2-4 ਚੱਕਰ ਉਹਦੇ ਅੱਗੇ ਪਿੱਛੇ ਲਗਾਏ ਤੇ ਉਹਨੇ ਮੈਨੂੰ ਹੈਲੋ ਕੀਤੀ। ਸੋ ਮੈਂ ਉਹਦੇ ਕੋਲ ਬਹਿ ਕੇ ਅਸੀਂ ਫਿਰ ਕਾਫੀ ਦੇਰ ਗੱਲਾਂ ਕਰਦੇ ਨੇ, ਚਾਹ ਪੀਤੇ, ਉਹਨੂੰ ਨਾਸ਼ਤਾ ਕਰਵਾਇਆ ਐਂਡ ਅਸੀਂ ਡੇਲੀ ਮਿਲਣਾ ਸ਼ੁਰੂ ਕੀਤਾ। ਆਪਣੇ ਪੁਰਾਣੇ ਦਿਨ ਯਾਦ ਕਰਦੇ ਸੀ, ਉਹ ਆਪਣੀ ਗੱਲਾਂ ਦੱਸਦਾ ਸੀ ਕਿਸ ਤਰ੍ਹਾਂ ਮੇਰੇ ਨਾਲ ਹੋਇਆ। ਸੋ ਉਹਨੇ ਇੱਕਦਮ ਦੱਸਿਆ ਮੈਨੂੰ ਕਿ ਕਿਉਂਕਿ ਮੈਂ ਆਪਣੀ ਸੋਚ ਦੱਸੀ ਕਿ ਮੈਂ ਸੁਸਾਈਡ ਕਰ ਰਹੀ ਸੀ, ਮੈਂ ਚਾਹੁੰਦੀ ਸੀ ਮੈਂ ਸਮਾਜ ਨੂੰ ਬਦਲਾਂ, ਸਮਾਜ ਦੀ ਸੋਚ ਨੂੰ ਬਦਲਾਂ। ਸੋ ਉਹਨੇ ਕਿਹਾ ਕਿ ਆਪਾਂ ਨਾ ਇੱਕ NGO ਬਣਾਉਂਦੇ ਹਾਂ
ਐਂਡ ਮੈਂ ਕਿਹਾ ਠੀਕ ਹੈ, ਕਿਉਂਕਿ ਉਹ ਪਹਿਲੇ ਵੀ ਐਨਜੀਓ 'ਚ ਕੰਮ ਕਰ ਚੁੱਕਿਆ ਸੀਗਾ ਤੇ 2-3 ਐਨਜੀਓਜ਼ ਨੇ ਕੰਮ ਕੀਤੇ, ਉਹਨੇ ਸਾਰੇ ਸੁਜੈਸ਼ਨ ਦਿੱਤੇ ਕਿਸ ਤਰ੍ਹਾਂ ਕਰਨਾ, ਕਿਆ ਕਰਨਾ। ਫਿਰ ਮੈਂ ਕਿਹਾ ਠੀਕ ਹੈ, ਬਟ ਐਨਜੀਓ ਬਣਾਉਣ ਤੋਂ ਪਹਿਲੇ ਅਸੀਂ ਆਪਣੀ ਰੈਪੋ ਬਿਲਡਿੰਗ ਕਰਨਾ ਚਾਹੁੰਦੇ ਸੀ। ਰੈਪੂਟੇਸ਼ਨ ਮਤਲਬ ਆਪਣੀ ਕਮਿਊਨਿਟੀ ਆਪਣੀ ਕਮਿਊਨਿਟੀ ਨੂੰ ਇਕੱਠਾ ਕਰਨਾ ਚਾਹੁੰਦੇ, ਉਹਨਾਂ ਵਿੱਚ ਆਵਾਜ਼ ਬੁਲੰਦ ਕਰਨਾ ਚਾਹੁੰਦੇ, ਉਹਨਾਂ ਨੂੰ ਇਕੱਠਾ ਹੋਣਾ, ਬਿਕੋਜ਼ ਅਗਰ ਕੋਈ ਕੰਮ ਕਰਨਾ ਪਹਿਲੇ ਆਪਣੇ ਕੁੰਬੇ ਨੂੰ ਵੀ ਠੀਕ ਕਰਨਾ ਪੈਂਦਾ। ਸੋ ਮੈਂ ਹੌਲੀ ਅਸੀਂ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ, ਲੋਕਾਂ ਵਿੱਚ ਗੱਲਾਂ ਕਰਨੀ ਸ਼ੁਰੂ ਕੀਤੀ ਕਿ ਸਾਨੂੰ ਬਾਹਰ ਆਉਣਾ ਪਏਗਾ ਆਪਣੀ ਆਇਡੈਂਟੀਟੀ ਵਿੱਚ, ਆਪਣੀ ਪਹਿਚਾਣ ਨਾਲ। ਲੁਕ ਕੇ ਜੀਣਾ ਸਾਡੇ ਮਤਲਬ ਕਦ ਤੱਕ ਜੀਵਾਂਗੇ ਸੀ। ਫਿਰ ਕਾਫੀ ਸਾਰੀ ਚੀਜ਼ਾਂ ਹੋਈਆਂ। 2009 ਵਿੱਚ ਮੈਂ ਅਸੀਂ ਦੋਨਾਂ ਨੇ ਮਿਲ ਕੇ ਇੱਕ ਐਨਜੀਓ ਬਣਾਈ, ਸਕਸ਼ਮ ਟਰਸਟ। ਫਿਰ ਹੌਲੀ ਆਪਾਂ ਮਤਲਬ ਟਰਾਈ ਸਿਟੀ ਮੋਹਾਲੀ, ਪੰਚਕੂਲਾ ਐਂਡ ਚੰਡੀਗੜ੍ਹ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਕਮਿਊਨਿਟੀ ਵਾਸਤੇ। ਸ਼ੁਰੂ ਵਿੱਚ ਅਸੀਂ HIV AIDS ਤੇ ਹਿਊਮਨ ਰਾਈਟਸ ਵਿੱਚ ਕੰਮ ਕੀਤਾ। ਸੋ ਮਨੁੱਖੀ ਅਧਿਕਾਰ ਜਿਹੜੇ ਸੀਗੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਅੱਜ ਵਰਲਡ ਏਡਸ ਡੇ ਹੈ। ਸੋ ਇਹ ਸਾਰੀ ਦੁਨੀਆ ਵਿੱਚ ਇੱਕ ਤਰ੍ਹਾਂ ਦੀ ਮਹਾਮਾਰੀ ਹੈ। ਬਹੁਤ ਸਾਰੇ ਲੋਕ, ਮੈਂ ਅੱਜ ਗੱਲ ਵੀ ਕਰ ਰਹੀ ਸੀ ਕਿ ਇਹ ਸੈਲੀਬ੍ਰੇਟ ਕਰਦੇ ਇੱਕ ਜਿਹੜੇ ਪੀਪਲ ਲਿਵਿੰਗ ਵਿਦ HIV, ਸੋ ਜਿਹੜੇ ਲੋਕ HIV ਨਾਲ ਜੀ ਰਹੇ ਹਨ ਉਹਨਾਂ ਦੇ ਵਾਸਤੇ ਵੀ ਮੈਂ ਮੈਸੇਜ ਅਵੇਅਰਨੈਸ ਹੈ ਕਿ ਉਹ ਲੋਕ ਕਿਸ ਤਰ੍ਹਾਂ HIV ਨਾਲੋਂ ਬਚ ਸਕਦੇ, ਕਿਵੇਂ ਕਿਆ ਪ੍ਰੀਵੈਂਟਿਵ ਮੈਥਡਸ ਹੈ, ਐਂਡ ਜਿਹੜੇ ਲੋਕ ਇਸ ਮਹਾਮਾਰੀ 'ਚੋਂ ਆਪਣੀ ਜ਼ਿੰਦਗੀ ਨੂੰ ਗਵਾ ਚੁੱਕੇ ਹੈ ਤੇ ਉਹਨਾਂ ਨੂੰ ਯਾਦ ਕਰਨ ਦਾ ਦਿਨ ਹੈ। ਸੋ ਇਹ ਸਾਰੀ ਚੀਜ਼ਾਂ ਪਰ ਕੰਮ ਕਰ ਰਹੇ ਸੀਗੇ ਆਪਾਂ। 2012 ਵਿੱਚ ਨੈਸ਼ਨਲ ਲੈਵਲ ਵਿੱਚ ਅਸੀਂ ਸਾਰੇ ਟਰਾਂਸਜੈਂਡਰ ਇਕੱਠਾ ਹੋਏ ਦਿੱਲੀ ਵਿੱਚ, ਤੇ ਦਿੱਲੀ ਵਿੱਚ ਜਦੋਂ ਇਕੱਠਾ ਹੋਏ ਤਾਂ ਮੇਰੀ ਗੁਰੂ ਲక్ష్ਮੀ ਨਾਰਾਇਣ ਤ੍ਰਿਪਾਠੀ ਮਹਾਮੰਡਲੇਸ਼ਵਰ ਕਿੰਨਰ ਅਖਾੜਾ ਤੇ ਉਹਨਾਂ ਦੀ ਅਗਵਾਈ ਵਿੱਚ ਉਹ ਲੀਡਰ ਸੀਗੇ, ਤੇ ਅਸੀਂ ਉਹਨਾਂ ਦੇ ਸਾਰੇ ਚੰਡੀਗੜ੍ਹ ਵਿੱਚੋਂ ਮੈਂ ਰਿਪਰੈਜ਼ੈਂਟ ਕੀਤਾ ਤੇ ਅਸੀਂ ਰਿਕਮੈਂਡੇਸ਼ਨ ਦਿੱਤੀਆਂ। ਤੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਜਿਹਨੂੰ ਅਸੀਂ ਨਾਲਸਾ ਕਹਿੰਦੇ ਹਾਂ, ਡਾਲਸਾ ਵੀ ਹੁੰਦੇ, ਸਟੇਟ ਲੀਗਲ ਸਰਵਿਸ ਅਥਾਰਟੀ ਹੁੰਦੀ। ਸੋ ਉਹਨਾਂ ਦੇ ਨਾਲ ਮਿਲ ਕੇ ਅਸੀਂ ਇੱਕ PIL ਦਾਇਰ ਕੀਤੀ ਸੁਪਰੀਮ ਕੋਰਟ ਵਿੱਚ 2012 'ਚ। ਸੋ ਉਹ ਜਦੋਂ ਪਾ ਕੇ ਅਸੀਂ ਵਾਪਸ ਆਪਣੇ ਸਟੇਟ 'ਚ ਆਏ, ਮੈਂ 2013 'ਚ ਪਹਿਲੀ ਗਰਭ ਉਤਸਵ ਜਿਹੜਾ ਹੈ ਆਪਣਾ ਇਸੇ ਯੂਨੀਵਰਸਿਟੀ 'ਚ, ਪੰਜਾਬ ਯੂਨੀਵਰਸਿਟੀ 'ਚ ਮਨਾਉਣਾ ਸ਼ੁਰੂ ਕੀਤਾ। ਇਹ ਹੁਣ ਪੂਰੇ ਹਫਤੇ ਚੱਲਦਾ। ਉਸ ਟਾਈਮ ਇੱਕ ਦਿਨ ਸ਼ੁਰੂਆਤ ਕੀਤੀ ਸੀ, ਪਰ ਇੱਕ ਦਿਨ ਫੈਬਰਵਰੀ 'ਚ ਆਪਾਂ ਸ਼ੁਰੂ ਕੀਤਾ ਸੀਗਾ 2013 'ਚ। ਇਹ ਹੌਲੀ ਹਰ ਸਾਲ ਮਨਾਉਂਦੇ ਹਾਂ। ਐਂਡ ਜਦੋਂ 2013 ਵਿੱਚ ਪ੍ਰਾਈਡ ਮਾਰਚ ਹੋਇਆ, ਪੂਰੀ ਦੁਨੀਆ ਨੇ ਦੇਖਿਆ ਕਿ ਚੰਡੀਗੜ੍ਹ ਵੀ ਆਪਣੀ ਆਇਡੈਂਟੀਟੀ ਵਾਸਤੇ, ਆਪਣੀ ਸੈਕਸ਼ੁਅਲਿਟੀ ਵਾਸਤੇ ਸੈਲੀਬ੍ਰੇਟ ਕਰ ਰਿਹਾ। ਸੋ 2014 ਵਿੱਚ 15 ਅਪ੍ਰੈਲ 2014 ਵਿੱਚ ਮਾਨਯ ਉੱਚ ਨਿਆਲਿਆ ਸੁਪਰੀਮ ਕੋਰਟ ਨੇ ਸਾਨੂੰ 3rd ਜੈਂਡਰ ਰਿਕਗਨਾਈਜ਼ ਕੀਤਾ। ਸੋ ਉਸ ਤੋਂ ਬਾਅਦ ਮੇਰੇ ਵਾਸਤੇ ਇੱਕ ਬਹੁਤ ਬੜੀ ਖੁਸ਼ਖਬਰੀ ਸੀਗੀ, ਪ੍ਰਾਊਡ ਫੀਲ ਸੀਗਾ ਕਿ ਨਾਓ ਆਈ ਕੈਨ ਸੈਲੀਬ੍ਰੇਟ ਮਾਈ ਆਇਡੈਂਟੀਟੀ ਇਨ ਪਬਲਿਕ ਆਲਸੋ। ਜੇ ਉਸ ਤੋਂ ਪਹਿਲੇ ਮੈਂ ਸਾੜੀ ਪਾ ਲੈਂਦੀ ਤੇ ਮੈਂ ਹਿਜੜਿਆਂ ਚਲੇ ਜਾਂਦੀ, ਮੈਂ ਅੱਜ ਤਾਲੀ ਵਜਾਉਂਦੀ, ਲੇਕਿਨ ਮੈਂ ਸੋਚਿਆ ਕੋਈ ਗੱਲ ਨਹੀਂ, ਸਾੜੀ ਪਾਉਣ ਨਾਲ ਕੋਈ ਟਰਾਂਸਜੈਂਡਰ ਨਹੀਂ ਹੁੰਦਾ। ਆਇਡੈਂਟੀਟੀ ਇਜ਼ ਇਨ ਮਾਈ ਮਾਈਂਡ, ਮੇਰੇ ਅੰਦਰ ਹੈ। ਇੱਕ ਔਰਤ ਹੈ, ਉਹ ਕਿਸੇ ਦੇ ਅੰਦਰ ਸਰੀਰ ਨਾਲ ਕਿ ਕੱਪੜੇ ਪਾਉਣ ਨਾਲ ਔਰਤ ਨਹੀਂ ਬਣ ਜਾਂਦੀ, ਉਹ ਔਰਤ ਮੇਰੇ ਅੰਦਰ ਹੈ। ਉਸ ਨੂੰ ਸੈਲੀਬ੍ਰੇਟ ਕਰਨਾ, ਜਦੋਂ ਰਾਈਟਸ ਮਿਲ ਜਾਂਦੇ, ਫਿਰ ਮੈਂ ਫਿਰ ਆਪਣੇ ਸਾਰੇ ਡਾਕੂਮੈਂਟਸ ਜਿਹੜੇ ਸੀਗੇ ਉਹ ਮੈਂ ਚੇਂਜ ਕਰਕੇ ਟਰਾਂਸਜੈਂਡਰ ਦੇ ਕੀਤੇ ਜੀ 2015 ਵਿੱਚ। ਫਿਰ ਮੈਂ ਕਾਫੀ ਲੋਕਾਂ ਨੂੰ, ਕਾਫੀ ਟਰਾਂਸ ਕਿੰਨਰ ਸਭ ਸਾਰਿਆਂ ਨੂੰ ਕੋਸ਼ਿਸ਼ ਕੀਤੀ ਕਿ ਲੋਕ ਪੜ੍ਹਨ, ਕਿਉਂਕਿ ਪੰਜਾਬ ਯੂਨੀਵਰਸਿਟੀ ਨੇ 2015 ਵਿੱਚ 3rd ਜੈਂਡਰ ਕਾਲਮ ਐਡ ਕੀਤਾ ਸੀਗਾ। ਐਂਡ ਉਸ ਤੋਂ ਬਾਅਦ ਪੜ੍ਹਨ ਦਾ ਇੱਕ ਮੌਕਾ ਮਿਲ ਰਿਹਾ ਸੀਗਾ, ਲੇਕਿਨ ਟਰਾਂਸਜੈਂਡਰ ਦੇ ਅੰਦਰ ਇੰਨੀ ਹਿੰਮਤ ਨਹੀਂ ਸੀ। ਕਿੰਨਰ ਲੋਕ ਨੇ ਕਿਹਾ ਕਿ ਸਾਡਾ ਕੰਮ ਨਹੀਂ ਪੜ੍ਹਨ ਦਾ। ਸੋ ਮੈਂ ਕਾਫੀ ਨਿਰਾਸ਼ ਹੋਈ, ਲੇਕਿਨ ਮੈਂ ਨਿਰਾਸ਼ ਦੇ ਅੰਦਰ ਵੀ ਆਸ਼ਾ ਢੂੰਡਦੀ ਸੀ। ਸੋ ਜਦੋਂ ਮੈਂ ਇਹ ਚੀਜ਼ਾਂ ਕੋਸ਼ਿਸ਼ ਕੀਤੀ ਕਿ ਨਹੀਂ, ਬਾਕੀ ਕਿਸੇ ਨੇ ਤਾਂ ਪੜ੍ਹਨਾ ਨਹੀਂ, ਚਲੋ ਮੈਂ ਹੀ ਸ਼ੁਰੂਆਤ ਕਰ ਦਿੱਤੀ, ਕਿਉਂਕਿ 94 ਵਿੱਚ ਮੇਰੀ ਪੜ੍ਹਾਈ ਛੁੱਟ ਗਈ ਸੀ। ਐਂਡ ਮੈਂ ਇੱਕ MA ਵਿੱਚ ਕਰ ਚੁੱਕੀ ਸੀ 2010 ਤੋਂ 10 ਵਿੱਚ ਮੈਂ MSW ਮਾਸਟਰ ਇਨ ਸੋਸ਼ਲ ਵਰਕ ਕਰ ਚੁੱਕੀ। ਫਿਰ ਮੈਂ 2016 ਵਿੱਚ ਪਹਿਲੀ ਇੱਕ ਟਰਾਂਸਜੈਂਡਰ ਸਟੂਡੈਂਟ ਪੰਜਾਬ ਯੂਨੀਵਰਸਿਟੀ ਵਿੱਚ ਐਡਮਿਟ ਹੋਈ। ਸੋ ਉਸ ਤੋਂ ਬਾਅਦ ਕਾਫੀ ਸਾਰੇ ਰਿਫਾਰਮਸ ਜੀ ਕਹਿੰਦੇ ਨੇ ਕਿ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਤੁਸੀਂ ਇਸ ਗੱਲ ਨੂੰ ਬਿਲਕੁਲ ਸਹੀ ਪ੍ਰੂਫ ਕੀਤਾ। ਔਰ ਮੈਂ ਤੁਹਾਨੂੰ ਦੱਸਦਾ ਕਿ ਮੈਡਮ ਨੂੰ ਲਿਖਣ ਦਾ ਵੀ ਬਹੁਤ ਸ਼ੌਂਕ ਆ, ਗਾਉਂਦੇ ਵੀ ਨੇ, ਸ਼ਾਇਰੀ ਵੀ ਕਰਦੇ ਨੇ। ਮੈਂ ਉਹ ਵੀ ਤੁਹਾਡੇ ਤੋਂ 2 ਲਾਈਨਾਂ ਜ਼ਰੂਰ ਸੁਣੂੰਗੀ, ਪਰ ਉਸ ਤੋਂ ਪਹਿਲਾਂ ਮੈਮ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦੀ ਹਾਂ, ਥੋੜ੍ਹਾ ਜਿਹਾ ਪਰਸਨਲ ਕੁਐਸਚਨ ਆ, ਤੁਸੀਂ ਮਾਈਂਡ ਨਾ ਕਰਨਾ। ਤੁਹਾਨੂੰ ਪਿਆਰ ਹੋਇਆ? ਜੇ ਤੁਹਾਨੂੰ ਪਿਆਰ ਹੋਇਆ ਤਾਂ ਤੁਹਾਨੂੰ ਮਤਲਬ ਸੇਮ ਜੈਂਡਰ ਨਾਲ ਹੋਇਆ ਕਿੱਦਾਂ? ਮਤਲਬ ਤੁਹਾਡੀ ਪਿਆਰ ਵਾਲੀ ਫੀਲਿੰਗ ਮੈਂ ਜ਼ਰੂਰ ਜਾਣਨਾ ਚਾਹੁੰਦੀ ਹਾਂ। ਮੇਰਾ ਪਿਆਰ 13-14 ਸਾਲ ਦੀ ਉਮਰ 'ਚ ਹੋਇਆ ਸੀ ਪਹਿਲਾਂ। ਉਹ ਕਿਸੇ ਮਤਲਬ ਮੇਲ ਨਾਲ ਹੋਇਆ ਜੀ।
ਸੋ ਬਟ ਉਹਨੇ ਕਦੀ ਵੀ ਮੈਨੂੰ ਰਿਕੋਗਨਾਈਜ਼ ਨਹੀਂ ਕੀਤਾ, ਮੇਰਾ ਆਇਡੈਂਟੀਟੀ ਨੂੰ ਕਦੀ ਐਕਸੈਪਟ ਨਹੀਂ ਕੀਤਾ, ਚੋਰੀ ਛੁਪੇ ਮਿਲਦਾ ਸੀ, ਪਬਲਿਕ 'ਚ ਕਦੀ ਵੀ ਮਤਲਬ ਡਿਕਲੇਅਰ ਨਹੀਂ ਕਰਦਾ ਸੀ। ਐਂਡ ਜਦ ਉਹ ਸਿਰਫ ਮੈਨੂੰ ਲੱਗਾ ਕਿ ਉਹ ਸੈਕਸ਼ੁਅਲੀ ਮੈਨੂੰ ਅਬਿਊਜ਼ ਕਰਦਾ ਸੀ ਜੀ। ਬਟ ਜਦੋਂ ਉਹਦਾ ਵਿਆਹ ਹੋ ਗਿਆ ਉਹਨੇ ਮੈਨੂੰ ਮਿਲਣਾ ਛੱਡਤਾ ਤੇ ਕਹਿੰਦਾ ਕਿ ਇਹ ਸਭ ਸਹੀ ਨਹੀਂ ਹੈ, ਗਲਤ ਹੈ ਇਹ ਸਭ ਚੀਜ਼ਾਂ। ਸੋ ਮੈਂ ਉਸ ਸਮੇਂ ਵੀ ਕਾਫੀ ਡਿਪਰੈਸ਼ਨ 'ਚ ਚਲੀ ਗਈ ਸੀ ਬਹੁਤ ਜ਼ਿਆਦਾ। ਐਂਡ ਉਸ ਤੋਂ ਬਾਅਦ ਮੈਂ ਪਿਆਰ ਵਾਰ ਕਰਨਾ, ਮਤਲਬ ਪਿਆਰ ਦਾ ਜਿਹੜਾ ਸ਼ਬਦ ਸੀਗਾ ਨਾ, ਮੈਨੂੰ ਲੱਗਦਾ ਸੀ ਕਾਫੀ ਸਾਰੇ ਮੁੰਡੇ ਮਿਲੇ ਮੈਨੂੰ, ਬਟ ਦੇ ਆਲਵੇਜ਼ ਵਾਂਟ ਟੂ ਯੂਜ਼ ਮੀ, ਹੈ ਨਾ। ਮੈਨੂੰ ਲੱਗਿਆ ਕਿ ਨਹੀਂ, ਬਟ ਪਬਲਿਕਲੀ ਕਦੀ ਵੀ ਦੇ ਨੈਵਰ ਐਕਸੈਪਟਡ ਮੀ। ਉਹਨਾਂ ਨੇ ਕਿਹਾ ਨੋ ਦਿਸ ਇਜ਼ ਰੋਂਗ ਐਂਡ ਮਤਲਬ ਇਹ ਸਾਡੇ ਵਾਸਤੇ ਵੀ ਟੈਬੂ ਹੈ। ਮਤਲਬ ਮੈਨੂੰ ਹੱਥ ਫੜ ਕੇ ਖੜ ਕੇ ਇਹ ਕਹਿਣ ਵਾਲਾ ਕੋਈ ਨਹੀਂ ਸੀਗਾ ਕਿ ਇਹ ਮੇਰਾ ਦੋਸਤ ਹੈ। ਵੀ ਪੂਰੀ ਦੁਨੀਆ ਦੇ ਸਾਹਮਣੇ ਤੁਹਾਨੂੰ ਅਸੈਪਟ ਕਰਨ ਵਾਲਾ ਕੋਈ ਨਹੀਂ, ਜਸਟ ਯੂਜ਼ ਵਾਲਾ ਹੀ ਤੁਹਾਨੂੰ ਮਿਲਿਆ। ਮੈਂ ਹਮੇਸ਼ਾ ਮਤਲਬ ਕਹਿੰਦਾ ਨਾ ਬਿਜ਼ੀ ਹੋਣਾ, ਆਪਣੇ ਸੋਸ਼ਲ ਵਰਕ 'ਚ ਬਿਜ਼ੀ ਹੋ ਗਈ। ਮੇਰਾ ਜਿਹੜਾ ਏਮ ਹੈ, ਆਈ ਵਾਸ ਨਾਟ ਅਲੋਨ, ਮਾਈ ਏਮ ਵਾਸ ਵਿਦ ਮੀ। ਮੇਰਾ ਜਿਹੜਾ ਏਮ ਸੀਗਾ ਉਹ ਮੇਰਾ ਨਾਲ ਹਮੇਸ਼ਾ ਖੜਿਆ ਰਿਹਾ। ਮੈਂ ਕਦੀ ਵੀ ਇਕੱਲੀ ਨਹੀਂ ਰਹੀ ਜੀ। ਹਮੇਸ਼ਾ ਮੈਂ ਸੋਚਿਆ ਕਿ ਮੇਰੇ ਨਾਲ ਹਮੇਸ਼ਾ ਮੇਰਾ ਮਕਸਦ ਖੜਾ ਹੈ ਜੀ, ਜੋ ਮੈਂ ਪੂਰਾ ਕਰਨਾ ਹੈ ਜੀ। ਐਂਡ ਉਹ ਮੇਰੇ ਸਾਥ ਨਾਲ ਹੀ ਰਿਹਾ। ਅੱਜ ਤੋਂ ਮੇਰੇ ਕੋਲ ਲਾਕਡਾਊਨ ਜਦ ਸ਼ੁਰੂ ਹੋਇਆ ਫੈਬਰੂਰੀ ਮਾਰਚ ਤੋਂ, ਮਾਰਚ 2020 ਜੀ, ਤੇ ਅਚਾਨਕ ਮੇਰੀ ਜ਼ਿੰਦਗੀ ਵਿੱਚ ਕੋਈ ਇਨਸਾਨ ਆਇਆ ਐਂਡ ਹੀ ਇਜ਼ ਅ ਟਰਾਂਸਜੈਂਡਰ ਜੀ, ਮਤਲਬ ਹੀ ਇਜ਼ ਅ ਟਰਾਂਸ ਮੈਨ। ਆਈ ਐਮ ਅ ਟਰਾਂਸ ਵੂਮਨ ਜੀ, ਹੀ ਇਜ਼ ਅ ਟਰਾਂਸ ਮੈਨ ਜੀ। ਸੋ ਉਹਨੇ ਮੈਨੂੰ ਐਕਸਪਲੋਰ ਕਰਨਾ ਸ਼ੁਰੂ ਕੀਤਾ, ਮੇਰੀ ਫੇਸਬੁੱਕ ਆਈਡੀ ਵਗੈਰਾ ਸਾਰੀ ਉਹਨੇ ਐਕਸਪਲੋਰ ਕੀਤੀ। ਮੇਰੇ ਸ਼ੁਰੂ ਤੋਂ ਜਿਹੜੀ ਸਟੋਰੀਜ਼ ਸੀਗੀਆਂ, ਮੇਰੇ ਵੀਡੀਓਜ਼ ਸੀਗੀਆਂ ਦੇਖਣੀ ਸ਼ੁਰੂ ਕੀਤੀਆਂ। ਹਰ ਜਗ੍ਹਾ ਮੇਰੇ ਨਾਲੋਂ ਉਸਨੂੰ ਮੇਰੇ ਤੋਂ ਜ਼ਿਆਦਾ ਮੇਰੇ ਬਾਰੇ ਉਸਨੂੰ ਪਤਾ ਹੈ ਜੀ, ਬਟ ਕਈ ਵਾਰੀ ਮੈਂ ਭੁੱਲ ਜਾਂਦੀ ਹਾਂ। ਉਹਨੂੰ ਸਾਰੀ ਇੱਕ ਚੀਜ਼ ਪਤਾ ਹੈ। ਸੋ ਜਦੋਂ 2-3 ਮਹੀਨਿਆਂ ਨੂੰ ਉਹਨੇ ਐਕਸਪਲੋਰ ਕੀਤਾ ਮੈਨੂੰ ਮੇਰੀ ਫੇਸਬੁੱਕ ਆਈਡੀ ਥਰੂ, ਫਿਰ ਗੱਲ ਕਰਨਾ ਸ਼ੁਰੂ ਕੀਤੀ। ਪਹਿਲੀ ਸ਼ੁਰੂ ਮੈਂ ਗੱਲ ਨਹੀਂ ਕੀਤੀ, 1 ਮਹੀਨੇ ਬਾਅਦ ਉਹਦਾ ਮੈਸੇਜ ਦਾ ਜਵਾਬ ਦਿੱਤਾ। ਸੋ ਹੌਲੀ ਸਾਡੀ ਗੱਲਬਾਤ ਹੋਈ। ਫਿਰ ਮੈਂ ਸੋਚਿਆ ਕਿ ਟਰਾਂਸਮੈਨ ਨਾਲ ਮੈਂ ਕੀ, ਮਤਲਬ ਮੇਰਾ ਕੀ ਰਾਸਤਾ ਹੈ ਨਾ, ਹੀ ਇਜ਼ ਅ ट्रांसमैन। फिर कहते हैं ना प्यार जो होता है ना, वो जेंडर और ਸੈਕਸ਼ੁਅਲਿਟੀ, ਸੈਕਸ ਇਨ ਸਭ ਸੇ ਉੱਪਰ ਹੈ ਜੀ। ਇੱਕ ਸੋਲ, ਤੁਹਾਨੂੰ ਸੋਲਮੇਟ ਮਿਲਣਾ ਜਾਂ ਤੁਹਾਨੂੰ ਕਿਸੇ ਨਾਲ ਉਹ ਚੀਜ਼ ਹੈ ਤੇ ਦੈਨ ਤੁਸੀਂ ਉਸ ਤੋਂ ਅੱਗੇ ਇੱਕ ਸਟੈਪ ਅੱਗੇ ਚੱਲਦੇ ਹੋ। ਫਿਰ ਫਿਜ਼ੀਕਲੀ ਬੰਦਾ ਉੱਪਰ ਉੱਠ ਕੇ ਕਿਸੇ ਸੋਲ ਨਾਲ ਜੁੜਦਾ। ਯੈਸ, ਤਾਂ ਮੈਂ ਕਦੀ ਵੀ ਫਿਰ ਜਦੋਂ ਮੈਂ ਸੋਚਿਆ ਕਿ ਮੇਰਾ ਕਨੈਕਸ਼ਨ, ਮੈਨੂੰ ਇੱਕ ਪਰਫੈਕਟ ਇਨਸਾਨ ਮਿਲ ਗਿਆ ਜੋ ਮੈਨੂੰ ਸਮਝਦਾ ਹੈ, ਬਿਕੋਜ਼ ਹੀ ਇਜ਼ ਆਲਸੋ ਟਰਾਂਸਜੈਂਡਰ ਐਂਡ ਆਈ ਐਮ ਆਲਸੋ ਟਰਾਂਸਜੈਂਡਰ। ਸੋ ਦੋਨੋਂ ਦੇ ਸਟਰਗਲ ਵੀ ਇੱਕੋ ਤਰ੍ਹਾਂ ਦੇ, ਦੋਨੋਂ ਇੱਕ ਦੂਜੇ ਨਾਲ ਸਾਥੀ ਵੀ ਹੋ ਸਕਦੇ ਹਨ, ਦੋਨੋਂ ਇੱਕ ਦੂਸਰੇ ਨੂੰ ਸਮਝਦੇ ਵੀ ਹਨ। ਸੋ ਅਸੀਂ ਫਸਟ ਟਾਈਮ ਜਦੋਂ ਮੇਰਾ ਬਰਥਡੇ ਸੀਗਾ 2020 'ਚ, ਜੁਲਾਈ 17 ਜੁਲਾਈ ਅਸੀਂ ਮਿਲੇ ਐਂਡ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਪਿੱਛੇ ਮੁੜ ਕੇ ਨਹੀਂ ਦੇਖਿਆ। ਐਂਡ ਉਸਨੇ ਫਿਰ ਆਪਣਾ ਲਖਨਊ ਤੇ ਹੈ ਰੁਦਰ ਪ੍ਰਤਾਪ ਸਿੰਘ, ਤਾਂ ਉਹਨੇ ਆਪਣਾ ਲਖਨਊ ਛੱਡ ਕੇ ਚੰਡੀਗੜ੍ਹ ਆ ਗਿਆ। ਮੇਰੇ ਨਾਲ ਹੀ ਹੁਣ ਸਾਰਾ ਮੇਰਾ ਹੱਥ ਵਡਾਉਂਦਾ ਮੇਰੇ ਕੰਮ 'ਚ। ਐਂਡ ਹੀ ਇਜ਼ ਡੂਇੰਗ ਜੌਬ, ਮਤਲਬ ਉਹ ਕੰਪਨੀ ਮਲਟੀਨੈਸ਼ਨਲ ਕੰਪਨੀ 'ਚ ਜੌਬ ਕਰਦਾ। ਸੋ ਇਹ ਪ੍ਰਾਊਡ ਫੀਲ ਹੈ ਕਿ ਸਿੰਡਲਰ ਕੰਪਨੀ ਵਿੱਚ ਉਹ ਜੌਬ ਕਰਦਾ, ਇੱਕ ਬੜੀ ਮਲਟੀਨੈਸ਼ਨਲ ਕੰਪਨੀ ਹੈ ਜੀ, ਉਹਦੇ ਵਿੱਚ ਐਜ਼ ਅ ਟਰਾਂਸਜੈਂਡਰ ਜੌਬ ਕਰਦਾ ਐਂਡ ਆਪਣੀ ਆਇਡੈਂਟੀਟੀ ਨਾਲ। ਐਂਡ ਮੈਂ ਆਪਣਾ ਜੌਬ ਕਰ ਰਹੀ ਹਾਂ ਪੰਜਾਬ ਯੂਨੀਵਰਸਿਟੀ ਵਿੱਚ ਐਜ਼ ਅ ਫੀਲਡ ਇੰਸਟ੍ਰਕਟਰ। ਐਂਡ ਉਸ ਨਾਲ ਮੈਂ ਕਾਫੀ ਸਾਰੀ ਆਰਗੇਨਾਈਜੇਸ਼ਨਸ ਹੈ, ਸਾਡਾ ਆਪਣਾ ਆਰਗੇਨਾਈਜੇਸ਼ਨ ਹੈ ਪੂਰੀ ਦੁਨੀਆ ਵਿੱਚ ਜਾਂਦੀ ਹੈ। ਬਿਲਕੁਲ ਮੈਮ, ਮੈਂ ਇੱਕ ਚੀਜ਼ ਤੁਹਾਡੇ ਤੋਂ ਹੋਰ ਪੁੱਛਣਾ ਚਾਹੁੰਦੀ ਹਾਂ। ਪਹਿਲਾਂ ਹੀ ਐਕਚੁਅਲੀ ਤੁਸੀਂ ਥੋੜਾ ਆਪਣੀ ਵੇਟ ਕੀਤੀ ਦੇਣਾ, ਆਪਾਂ ਤੁਹਾਨੂੰ ਲੇਟ ਵੀ ਹੋ ਗਏ ਥੋੜਾ ਜਿਹਾ। ਮੈਂ ਇੱਕ ਕੁਐਸਚਨ ਮੇਰਾ ਇਹ ਸੀ ਕਿ ਜਿਹੜੇ ਜਿੱਦਾਂ ਕਿਨਰ ਨੇ, ਇਹਨਾਂ ਨੂੰ ਜਦੋਂ ਹੁੰਦਾ ਕਿ ਇਹ ਆਪਣੇ ਇੱਕ ਗਰੁੱਪ ਨਾਲ ਮਿਲਦੇ ਨੇ, ਉਹਨਾਂ ਨੂੰ ਜਦੋਂ ਘਰ ਤੋਂ ਜਾਂ ਕਿਤੇ ਵੀ ਜਾ ਕੇ ਉਹਨਾਂ ਨੂੰ ਤੁਹਾਡਾ ਇੱਕ ਜਿਹੜਾ ਹੁੰਦਾ ਹੋਣਾ ਗਰੁੱਪ, ਉਹਦੇ ਨਾਲ ਜਾ ਕੇ ਮਿਲਦੇ ਨੇ, ਜਦੋਂ ਉਹ ਜਿਹੜੀ ਰਾਤ ਹੁੰਦੀ ਆ ਉਹ ਉਹਨਾਂ ਲਈ ਕਿੱਦਾਂ ਦੀ ਹੁੰਦੀ ਆ, ਜਾਂ ਉਹਨਾਂ ਨੂੰ ਫਿਰ ਉਸ ਚੀਜ਼ ਲਈ ਕਿੱਦਾਂ ਪ੍ਰਿਪੇਅਰ ਕੀਤਾ ਜਾਂਦਾ? ਮੈਂ ਇਹ ਕੁਐਸਚਨ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਜਿੱਦਾਂ ਇੱਕ ਬੰਦੇ ਨੂੰ ਪਤਾ ਲੱਗ ਗਿਆ ਕਿ ਹਾਂਜੀ ਹੈ ਨਾ, ਫਿਰ ਉਹਨਾਂ ਨੂੰ ਕਿਤੇ ਜਾਂ ਉਹਨਾਂ ਦੀ ਫੈਮਿਲੀ ਜਾਂ ਕਿਤੇ ਵੀ ਉਹਨਾਂ ਨਾਲ ਮਿਲਾਉਂਦੀ ਆ, ਜਾਂ ਖੁਦ ਘਰ ਛੱਡ ਕੇ ਆਪਣੇ ਇੱਕ ਗਰੁੱਪ 'ਚ ਜਾਂਦੇ ਨੇ, ਫਿਰ ਉਹਨਾਂ ਨੂੰ ਕਿੱਦਾਂ ਉਹ ਸਾਰੀਆਂ ਚੀਜ਼ਾਂ 'ਚ ਮਤਲਬ ਉਹ ਚੀਜ਼ਾਂ 'ਚ ਜਾਂ ਉਤਰਨ ਲਈ ਜਾਂ ਉਹ ਚੀਜ਼ਾਂ ਸਮਝਣ ਲਈ ਕਿੰਨਾ ਟਾਈਮ ਲੱਗਦਾ, ਔਰ ਉਹ ਰਾਤ ਉਹਨਾਂ ਲਈ ਜਾਂ ਉਹ ਟਾਈਮ ਉਹਨਾਂ ਲਈ ਕਿੱਦਾਂ ਦਾ ਹੁੰਦਾ? ਦੇਖੋ, ਇੰਟਰਸੈਕਸ ਐਂਡ ਟਰਾਂਸਜੈਂਡਰ ਦੋਨੋਂ ਵਿੱਚ ਥੋੜਾ ਜਿਹਾ ਫਰਕ ਹੈ। ਮੈਂ ਤੁਹਾਨੂੰ ਦੱਸਦਾ ਸਾਰੇ ਆਪਣੇ ਦਰਸ਼ਕਾਂ ਨੂੰ ਜੀ। ਇੰਟਰਸੈਕਸ ਜਦੋਂ ਪੈਦਾ ਹੁੰਦੇ ਤੇ ਉਹਨਾਂ ਦੇ ਇੱਕ ਲੈਂਗੁਏਜ ਯੂਜ਼ ਕਰੀ ਵਿੱਚ ਜਿਹੜਾ ਹੁੰਦਾ ਸੈਕਸ਼ੁਅਲ ਪਾਰਟ, ਉਹ ਕਨਫਰਮ ਨਹੀਂ, ਉਹ ਡਿਸਾਈਡਡ ਨਹੀਂ ਹੁੰਦੇ ਕਿ ਮੇਲ ਹੈ ਫੀਮੇਲ ਹੈ, ਠੀਕ ਹੈ। ਐਂਡ ਇਹ ਫਿਜ਼ੀਕਲ ਹੋਈ। ਦੂਸਰੀ ਗੱਲ, ਜਦੋਂ ਸਾਈਕੋਲੋਜੀਕਲੀ ਕਈ ਅੰਗ ਸਾਡੇ ਸਰੀਰ ਦੇ ਬਾਹਰ ਦਿਖਦੇ ਆ ਜੋ ਆਮ ਇਨਸਾਨ ਬਾਰੀ ਦੁਨੀਆ ਦੀ ਡਿਸਾਈਡ ਕਰੇ ਇਹ ਲੜਕਾ ਹੈ ਲੜਕੀ। ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜਾ ਬਾਹਰ ਤਾਂ ਇੱਕ ਨਾਰਮਲ ਦਿਖਦਾ ਲੜਕਾ ਜਾਂ ਲੜਕੀ, ਲੇਕਿਨ ਅੰਦਰੂਨੀ ਚੀਜ਼ਾਂ ਬਹੁਤ ਸਾਰੀ ਅਲੱਗ ਹੁੰਦੀਆਂ ਜੀ।
ਉਹ ਅਸੀਂ ਇੱਕਦਮ ਡਿਸਾਈਡ ਨਹੀਂ ਕਰ ਸਕਦੇ। ਉਹ ਸਿਰਫ ਅਸੀਂ ਇੱਕ ਉਹਦਾ ਸ਼ਾਰੀਰਿਕ ਅੰਗ ਦੇਖ ਕੇ ਦੱਸਦੇ ਹਾਂ ਕਿ ਮੇਲ ਹੈ ਇਹ ਫੀਮੇਲ ਹੈ। ਲੇਕਿਨ ਜਦੋਂ ਬੜਾ ਹੁੰਦਾ ਹੈ ਬੱਚਾ 5 ਸਾਲ 6 ਸਾਲ, ਜਦੋਂ ਵੀ ਆਪਣੇ ਆਪ ਨੂੰ ਡਿਸਾਈਡ ਕਰਦਾ ਹੈ, ਜਦੋਂ ਆਪਣੇ ਜਿਸ ਜੈਂਡਰ 'ਚ ਉਹਨੂੰ ਰਿਕੋਗਨਾਈਜ਼ ਕਰਦੇ ਹਨ ਸਾਰੇ, ਜਾਂ ਸਪੋਜ਼ ਤੁਸੀਂ ਮੈਨੂੰ ਲੜਕਾ ਸਮਝ, ਲੇਕਿਨ ਮੈਂ ਕਹਿੰਦੀ ਨਹੀਂ ਮੈਂ ਲੜਕਾ ਨਹੀਂ ਮੈਂ ਲੜਕੀ ਹਾਂ, ਠੀਕ ਹੈ ਨਾ ਜੀ, ਇਹ ਕਨਫਲਿਕਟ ਹੋ ਗਿਆ ਦੋਨਾਂ ਵਿੱਚ ਜੀ। ਤੁਸੀਂ ਕਹਿੰਦੇ ਮੈਂ ਲੜਕਾ, ਮੈਂ ਕਹਿੰਦਾ ਨਹੀਂ ਮੈਂ ਲੜਕੀ। ਇਹ ਕਨਫਲਿਕਸ਼ਨ ਜਿਹੜਾ ਹੁੰਦਾ ਇਹ ਆਮ ਸਮਾਜ ਨੂੰ ਨਹੀਂ ਪਤਾ ਲੱਗਦਾ ਜੀ। ਇੱਕ ਤਾਂ ਇੰਟਰਸੈਕਸ ਜਦੋਂ ਪੈਦਾ ਹੁੰਦੇ ਹੀ ਹੈ ਤੇ ਉਹ ਪਹਿਲੇ ਟਾਈਮ 'ਚ ਹੁੰਦਾ ਸੀਗਾ ਕਿ ਜਿਹੜੇ ਕਿੰਨਰ ਸਮਾਜ ਨੂੰ ਦੇ ਦਿੱਤਾ ਜਾਂਦਾ ਸੀਗਾ, ਜਾਂ ਉਹ ਆਪਣੇ ਆਪ ਲੈ ਕੇ ਚਲੇ ਜਾਂਦੇ ਸੀਗੇ, ਉਹ ਸਮਝਦੇ ਸਾਡੀ ਚੀਜ਼ ਹੈ, ਸਾਡਾ ਇਨਸਾਨ ਹੈ ਨਾ, ਉਹ ਲੈ ਕੇ ਚਲੇ ਜਾਂਦੇ, ਬਟ ਉਹ ਬਹੁਤ ਰੇਅਰ ਪੈਦਾ ਹੁੰਦੇ। ਐਂਡ ਜਿਹੜੀ ਨੰਬਰ ਜਿਨ੍ਹਾਂ ਦਾ ਜ਼ਿਆਦਾ ਉਹ ਟਰਾਂਸਜੈਂਡਰ ਦਾ ਹੈ ਜੀ, ਜਿਨ੍ਹਾਂ ਦਾ ਬਾਅਦ 'ਚ ਪਤਾ ਲੱਗਦਾ ਜੀ। ਉਹ ਇਨਸਾਨ ਜਦੋਂ ਆਪਣੇ ਫੈਮਿਲੀ 'ਚ ਰਹਿੰਦਾ ਹੈ 15 16 ਸਾਲ 18 ਸਾਲ ਹੈ ਨਾ, ਜਦੋਂ ਉਹਦੀ ਟੀਨ ਏਜ ਵਿੱਚ ਆਉਂਦਾ, ਫਿਰ ਕਾਫੀ ਸਾਰੀ ਚੀਜ਼ਾਂ ਸਾਹਮਣੇ ਆਉਂਦੀਆਂ। ਜਦੋਂ ਸਾਡਾ ਸਰੀਰ ਬਦਲਦਾ ਹੈ ਜੀ, ਸਾਡੀ ਦਾੜੀ ਮੂੰਹ ਆਉਣਾ ਸ਼ੁਰੂ ਹੋ ਜਾਂਦਾ, ਤੇ ਉਸ ਸਮੇਂ ਫਿਰ ਕਾਫੀ ਕਨਫਲਿਕਸ਼ਨ ਹੋ ਜਾਂਦਾ ਹੈ ਸਮਾਜ ਵਿੱਚ ਵੀ, ਆਪਣੀ ਫੈਮਿਲੀ ਵਿੱਚ ਵੀ। ਫਿਰ ਜਦੋਂ ਘਰ ਤੋਂ ਭੱਜਣ ਦੀ ਨੌਬਤ ਆਉਂਦੀ ਹੈ, ਇਨਸਾਨ ਆਪਣਾ, ਕਿਉਂਕਿ ਸਾਰੀ ਫੈਮਿਲੀ ਜਿਹੜਾ ਹੈ ਗਲਤ ਉਸੇ ਇਨਸਾਨ ਨੂੰ ਠਹਿਰਾਉਂਦੇ ਜਿਹੜਾ ਉਹ ਸਮਾਜ ਦੇ ਔੜ ਚੱਲਦਾ ਹੈ ਜੀ। ਸੋ ਇਹ ਸਾਰੀ ਚੀਜ਼ਾਂ ਫਿਰ ਬੱਚੇ ਨੂੰ ਭੱਜਣਾ ਪੈਂਦਾ ਘਰੋਂ, ਐਂਡ ਜਦੋਂ ਘਰੋਂ ਭੱਜਦਾ ਤਾਂ ਫਿਰ ਕਿਤੇ ਨਾ ਕਿਤੇ ਉਹ ਟਰਾਂਸਜੈਂਡਰ ਕਮਿਊਨਿਟੀ ਵਿੱਚ ਚਲਾ ਜਾਂਦਾ ਹੈ। ਐਂਡ ਟਰਾਂਸਜੈਂਡਰ ਕਮਿਊਨਿਟੀ ਵਿੱਚ ਇੰਨਾ ਆਸਾਨ ਵੀ ਨਹੀਂ ਜਾਣਾ, ਐਂਡ ਹੌਲੀ ਹੌਲੀ ਉਹ ਜਦੋਂ ਅੰਦਰ ਜਾਂਦਾ ਤਾਂ ਫਿਰ ਉਹਨਾਂ ਦੇ ਜੋ ਵੀ ਰੂਲਸ ਹੈ ਰੈਗੂਲੇਸ਼ਨ ਹੈ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਉਹ ਸਰਜਰੀ ਵਗੈਰਾ ਹੁੰਦੀ ਹੈ, ਸਰਜਰੀ ਵਗੈਰਾ ਕਰਵਾ ਕੇ ਉਹ ਟੋਟਲੀ ਫੀਮੇਲ ਦੇ ਲੁੱਕ ਵਿੱਚ ਆ ਕੇ, ਹਾਂਜੀ। ਸੋ ਇਹ ਕਾਫੀ ਲੰਬਾ ਪ੍ਰੋਸੈਸ ਹੈ। ਹੁਣ ਤਾਂ ਗਵਰਨਮੈਂਟ ਨੇ ਇਹਨੂੰ ਲੀਗਲ ਕਰਤਾ, ਪਹਿਲੇ ਇਹ ਇਲੀਗਲ ਸੀਗਾ ਕਿ ਜਿਹੜਾ ਸਰਜਰੀ ਹੈ ਇਹ ਲੀਗਲ ਨਹੀਂ ਹੈ, ਲੇਕਿਨ ਹੁਣ ਕਾਫੀ ਸਾਰੀ ਚੀਜ਼ਾਂ ਬਦਲ ਗਈਆਂ ਜੀ। ਬਿਲਕੁਲ ਜੀ। ਮੈਨੂੰ 2 ਲਾਈਨਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ, ਕਿਉਂਕਿ ਤੁਸੀਂ ਲਿਖਦੇ ਵੀ ਹੋ, ਤੁਹਾਨੂੰ ਗਾਉਣ ਦਾ ਵੀ ਸ਼ੌਂਕ ਆ। ਉਹ ਚੀਜ਼ਾਂ ਮੈਨੂੰ 2 ਲਾਈਨਾਂ ਤੁਸੀਂ ਕੁਝ ਵੀ ਸੁਣਾ ਦਿਓ, ਜਾਂ ਕੋਈ ਕੁਝ ਵੀ ਜੋ ਤੁਹਾਡਾ ਦਿਲ ਕਰਦਾ। ਮੈਂ ਇੱਕ ਗਾਣਾ ਸੁਣਾ ਰਹੀ ਹूँ जी, गज़ल है, गज़ल समझ लो रफ़ी साहब की जी। किसी की याद में दुनिया को है भुलाए हुए, किसी की याद में दुनिया को है भुलाए हुए, ज़माना गुज़रा है अपना ख़याल आए हुए, किसी की याद में 1000 पर्दे हों पहरे हों या हो दीवारें, 1000 पर्दे हों पहरे हों या हो दीवारें, रहेंगे मेरी नज़र में तो वो समाए हुए, किसी की याद में दुनिया को है भुलाए हुए जी। बहुत खूब। ਸਭ ਤੋਂ ਪਹਿਲਾਂ ਤਾਂ ਮੈਮ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ, ਤੁਸੀਂ ਸਾਡੇ ਲਈ ਟਾਈਮ ਕੱਢਿਆ, ਬਹੁਤ-ਬਹੁਤ ਧੰਨਵਾਦ। ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਬਹੁਤ ਇੱਕ ਮਿਸਾਲ ਹੋ ਲੋਕਾਂ ਲਈ ਵੀ, ਔਰ ਤੁਸੀਂ ਇੰਨੀਆਂ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਕੇ ਅੱਜ ਤੁਸੀਂ ਇੱਕ ਆਪਣੀ ਆਇਡੈਂਟੀਟੀ ਬਣਾਈ ਆ। ਯੂਨੀਵਰਸਿਟੀ ਦੇ ਵਿੱਚ ਤੁਹਾਡਾ ਇੱਕ ਅੱਛਾ ਮੁਕਾਮ ਆ, ਤੁਸੀਂ ਇੱਥੋਂ ਤੋਂ ਤੁਹਾਡੀ ਸਟੱਡੀ ਆ। ਸੋ ਤੁਹਾਡੇ ਜਜ਼ਬੇ ਨੂੰ ਸਲਾਮ। ਥੈਂਕ ਯੂ ਜੀ, ਬਹੁਤ-ਬਹੁਤ ਧੰਨਵਾਦ। ਸੋ ਸਾਡੀ ਅੱਜ ਦੀ ਖਾਸ ਪੇਸ਼ਕਸ਼ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਦੱਸਣਾ। ਸੋ ਤੁਸੀਂ ਵੇਖਦੇ ਰਹੋ ਹਮਦਰਦ ਟੀਵੀ ਤੇ ਮੈਨੂੰ ਨਵਦੀਪ ਕੌਰ ਨੂੰ ਦਿਓ ਆਗਿਆ। ਧੰਨਵਾਦ।